सतनाम वाहिगुरु साहिब जी। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन प्रगास। दिन राति आराधो प्यारे, निमख न कीजै ढीला। संत सेवा कर भावनी लाइए, त्याग मान हाठीला। मोहन प्राण मान रागीला, बास रह्यो हिय रह कै संगे। पेख मोह्यो मन लीला, जिस सिमरत मन होत आनंदा। उतरै मनहु जंगीला, मिल बेगी महिमा बरन न सको। नानक परै परीला, बेसुमार अथाह अगनत तोलै। जो बुलावो त्यो नानक दास बोलै। जेता जियो पिंड सब तेरा, तू अंतरजामी पुरख भगवान। दासन दास कहे जन नानक, जेहा तू कराए। तेहा हो करी वख्यान। सतनाम वाहिगुरु साहिब जी। कबीर सती पुकारै चिह चढ़ी, सुन हो बीर मसान। लोग सबाया चल गयो, हम तुम काम निदान। कबीर मन पंखी पयो, उड उड दह दिस जाए। जो जैसी संगत मिलै, सो तैसो फल खाए। कबीर जाको खोजते, पायो सोई ठौर। सोई फिर कै तू पया, जाको कहता और। कबीर मारी मरो कुसंग की, केले निकट जो बेर। ओह झूलै ओह चीरीऐ, साकत संग ना हेर। ओह झूलै ओह चीरीऐ, साकत संग ना हेर। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वशल किरपा निध सतगुरु
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਵਾਜ਼ਿਸ਼ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤ ਸੰਗਤ ਰੂਪ ਵਿੱਚ ਅਮੋਲਕ ਕਰਮ ਦੀ ਸਾਧਨਾ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਨਣ ਦਾ ਆਪ ਜੀ ਨਿਰਮਲ ਯਤਨ ਕਰ ਰਹੇ ਸੀ। ਸਤਿਗੁਰੂ ਕੀ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਸੀ। ਪਾਵਰ ਸ਼ਲੋਕਾਂ ਦੀ ਲੜੀਵਾਰ ਕਥਾ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨਹੁ ਬੀਰ ਮਸਾਨ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲਾਂ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਅਕਾਲ ਪੁਰਖ ਦੀ ਮਹਿਮਾ ਅਕੱਥ ਹੈ। ਮਨੁੱਖ ਭਾਵੇਂ ਕਰੋੜਾਂ ਜਿਹਬਾਂ ਦੇ ਨਾਲ ਉਹਦੀ ਸਿਫਤ ਸਲਾਹ ਦਾ ਗਾਇਨ ਕਰੇ, ਪਰ ਉਹਦੀ ਮਹਿਮਾ ਬੇਅੰਤ ਰਹੇਗੀ। ਇਸ ਕਰਕੇ ਉਸ ਦੀ ਮਹਿਮਾ ਨੂੰ ਕਥਣ ਦਾ ਇੱਕੋ ਹੀ ਭਾਵ ਹੋਣਾ ਚਾਹੀਦਾ ਹੈ ਕਿ ਕਰਤੇ ਦੀ ਸਿਫਤ ਸਲਾਹ ਕਰਕੇ ਕਰਤੇ ਦੀ ਕਿਰਪਾ ਨੂੰ ਪ੍ਰਾਪਤ ਹੋਣਾ ਹੈ। ਇਸੇ ਪ੍ਰਕਾਰ ਪਰਮੇਸ਼ਰ ਦੇ ਬੰਦਗੀ ਮਾਰਗ 'ਤੇ ਤੁਰਨ ਵਾਲੇ ਇਨਸਾਨ ਦੁਨਿਆਵੀ ਸਾਰੇ ਜੰਜਾਲਾਂ ਤੋਂ ਮੁਕਤ ਹੋ ਜਾਂਦੇ ਹਨ, ਅਤੇ ਜਿਹੜੇ ਆਪਣੇ ਸਰੀਰ ਰੂਪ ਘਰ ਦੇ ਵਿੱਚੋਂ ਪੰਜਾਂ ਵਿਕਾਰਾਂ ਨੂੰ ਨਾਸ਼ ਕਰਕੇ ਉਚੇਰਾ ਜੀਵਨ ਕਮਾਉਂਦੇ ਹਨ, ਉਹੀ ਰੱਬੀ ਲਿਵ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਪਰਮ ਆਨੰਦ ਨੂੰ ਮਾਣਦੇ ਹਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨਹੁ ਬੀਰ ਮਸਾਨ। ਜਗਤ ਦੇ ਵਿੱਚ ਜਦ ਅਸੀਂ ਕਿਸੇ ਵੀ ਸਿਲਸਿਲੇ ਦਾ ਆਰੰਭ ਦੇਖਦੇ ਹਾਂ, ਉਹਦਾ ਮੱਧ ਦੇਖਦੇ ਹਾਂ, ਉਸ ਦਾ ਅੰਤ ਸਾਡੇ ਦ੍ਰਿਸ਼ਟੀ ਗੋਚਰ ਹੁੰਦਾ। ਇਹ ਚੀਜ਼ਾਂ ਦੇ ਤਿੰਨ ਪੜਾਅ ਸਾਡੇ ਸਾਰਿਆਂ ਦੇ ਸਨਮੁਖ ਵਾਪਰਦੇ ਹਨ। ਹਰੇਕ ਚੀਜ਼ ਦਾ ਆਰੰਭ ਹੈ, ਮੱਧ ਹੈ ਅਤੇ ਅੰਤ ਹੈ, ਪਰ ਇਸ ਤੋਂ ਵੀ ਅਗਲਾ ਕੋਈ ਇੱਕ ਸਿਲਸਿਲਾ ਹੁੰਦਾ ਹੈ ਜਿਹੜਾ ਸਾਡੇ ਆਮ ਦ੍ਰਿਸ਼ਟੀ ਦੇ ਨਾ ਤਾਂ ਦੇਖਣ ਵਿੱਚ ਆਉਂਦਾ ਹੈ, ਨਾ ਸਮਝਣ ਵਿੱਚ ਆਉਂਦਾ, ਅਤੇ ਨਾ ਮਨੁੱਖ ਉਸ ਨੂੰ ਸਮਝਣ ਦਾ ਯਤਨ ਹੀ ਕਰਦੇ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਜੀਵਨ ਦਾ ਜਿਹੜਾ ਪੱਖ ਅਸੀਂ ਅਵੇਸਲੇਪਣ ਦੇ ਵਿੱਚ ਗੁਜ਼ਾਰ ਦਿੰਦੇ ਹਾਂ, ਅਗਰ ਮਨੁੱਖ ਉਸ ਪਲ ਤੋਂ ਹੀ ਜਾਗ ਲਵੇ ਜਾਂ ਉਸ ਪਲ ਤੋਂ ਵੀ ਸੁਚੇਤ ਹੋ ਜਾਵੇ ਤਾਂ ਜੀਵਨ ਦੀ ਬੜੀ ਸੰਭਾਲ ਹੋ ਸਕਦੀ ਹੈ। ਸਧਾਰਨ ਤਰੀਕੇ ਨਾਲ ਕਹਿਣਾ ਹੋਵੇ ਕਿ ਮਨੁੱਖ ਕੋਲੋਂ ਤਿੰਨ ਅਵਸਥਾਵਾਂ ਨੇ। ਬਚਪਨ ਦੀ ਅਵਸਥਾ ਹੈ, ਜੋਬਨ ਹੈ ਅਤੇ ਬ੍ਰਿਧ ਹੈ। ਬ੍ਰਿਧ ਤੋਂ ਬਾਅਦ ਜੀਵਨ ਦੀ ਸਮਾਪਤੀ ਨਿਸ਼ਚਿਤ ਹੈ। ਵੈਸੇ ਤਾਂ ਕਾਲ ਦੀ ਮਾਰ ਕਦੇ ਵੀ ਪੈ ਸਕਦੀ ਹੈ, ਪਰ ਬ੍ਰਿਧ ਹੋਣ ਤੋਂ ਬਾਅਦ ਨਿਸ਼ਚਿਤ ਤੌਰ 'ਤੇ ਆਖਿਆ ਜਾ ਸਕਦਾ ਕਿ ਹੁਣ ਇਹ ਇਨਸਾਨ ਆਪਣੇ ਮ੍ਰਿਤੂ ਦੇ ਪੜਾਅ ਵੱਲ ਵਧ ਰਿਹਾ ਹੈ। ਤਾਂ ਇਸੇ ਪ੍ਰਕਾਰ ਅਗਰ ਉਹ ਬਚਪਨ ਦੇ ਤਲ 'ਤੇ ਨਹੀਂ ਜਾਗਿਆ, ਜੋਬਨ ਦੇ ਤਲ 'ਤੇ ਵਿਕਾਰਾਂ ਵਿੱਚ ਮਦਹੋਸ਼ ਰਿਹਾ ਹੈ, ਗ੍ਰਸਤ ਦੇ ਤਲ 'ਤੇ ਦੁਨੀਆਦਾਰੀ ਦੇ ਬੰਧਨਾਂ ਦਾ ਗੁਲਾਮ ਹੋ ਕੇ ਜੀਵਿਆ ਹੈ, ਤਾਂ ਯਕੀਨਨ ਬੁਢਾਪੇ ਵਿੱਚ ਜਾਗ ਜਾਣਾ ਚਾਹੀਦਾ ਹੈ। ਅਗਰ ਨਹੀਂ ਜਾਗਿਆ ਤਾਂ ਫਿਰ ਜੀਵਨ ਨਿਸ਼ਫਲ ਹੈ ਹੀ। ਤਾਂ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਇੱਕ
ਬੜਾ ਨਵੇਕਲਾ ਜਿਹਾ ਦ੍ਰਿਸ਼ ਸਿਰਜ ਕੇ ਸਾਨੂੰ ਇਹ ਭਾਵ ਸਮਝਾ ਰਹੇ ਹਨ। ਬਖਸ਼ਿਸ਼ ਕਰਦੇ ਹਨ, ਕਬੀਰ ਸਤੀ ਪੁਕਾਰੈ ਚਿਹ ਚੜੀ। ਉਹ ਦੱਸ ਰਹੇ ਹਨ ਕਿ ਜਿਵੇਂ ਆਮ ਪਹਿਲਿਆਂ ਸਮਿਆਂ ਦੇ ਵਿੱਚ ਇਸਤਰੀ ਨੂੰ ਸਤੀ ਕੀਤਾ ਜਾਂਦਾ ਸੀ, ਤਾਂ ਹੁੰਦਾ ਕੀ ਸੀ ਉਸ ਸਮਿਆਂ ਦੇ ਵਿੱਚ ਕੁਝ ਤਾਂ ਐਸੇ ਸੁਹਿਰਦ ਲੋਕ ਹੁੰਦੇ ਸਨ ਜਿਨ੍ਹਾਂ ਨੂੰ ਉਸ ਗੱਲ ਦਾ ਬੜਾ ਦਰਦ ਹੁੰਦਾ ਸੀ, ਤਾਂ ਉਹ ਮਤਲਬ ਉਹਦੇ ਜਦੋਂ ਸਤੀ ਹੋਣਾ ਹੁੰਦਾ ਸੀ ਉਹਦੇ ਮਗਰ ਜਾਂਦੇ ਸਨ ਅਤੇ ਦੇਖਦੇ ਸਨ ਕਿ ਕਿੰਨੀ ਭਿਆਨਕ ਜੀਵ ਦੇ ਉੱਪਰ ਸਮੱਸਿਆ ਆਉਂਦੀ ਹੈ ਕਿ ਉਹਨੂੰ ਜਿਉਂਦੇ ਨੂੰ ਜਲਣਾ ਪੈਂਦਾ ਇਸਤਰੀ ਨੂੰ। ਕਈ ਤਮਾਸ਼ਬੀਨ ਹੁੰਦੇ ਸਨ ਕਿ ਦੇਖਾਂਗੇ ਜਦੋਂ ਜਿਉਂਦੀ ਉਹਨੂੰ ਚੀਖਾ ਦੇ ਵਿੱਚ ਬੰਨ੍ਹ ਕੇ ਸੁੱਟਿਆ ਜਾਂਦਾ ਹੈ, ਉਦੋਂ ਕਿਸ ਤਰ੍ਹਾਂ ਉਹ ਆਪਣੇ ਹਾਵ ਭਾਵ ਕਰਦੀ ਹੈ ਜਾਂ ਕਿਸ ਤਰ੍ਹਾਂ ਆਪਣਾ ਸ਼ੋਰ ਵਗੈਰਾ ਮਚਾਉਂਦੀ ਹੈ। ਕਈ ਇਸ ਤਰ੍ਹਾਂ ਦੇ ਤਮਾਸ਼ਬੀਨ ਮਗਰ ਚਲੇ ਜਾਂਦੇ ਸਨ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਦ੍ਰਿਸ਼ ਦੇ ਵਿੱਚੋਂ ਹੀ ਇੱਕ ਗਿਆਨ ਦਾ ਭਾਵ ਪੈਦਾ ਕਰ ਰਹੇ ਹਨ ਜਾਂ ਅਨੁਭਵ ਰੂਪ ਦੇ ਵਿੱਚ ਸਾਡੇ ਸਨਮੁਖ ਬਖਸ਼ਿਸ਼ ਕਰਕੇ ਨਵਾਜ ਰਹੇ ਹਨ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨ ਹੋ ਬੀਰ ਮਸਾਨ। ਚਿਖਾ ਦੇ ਉੱਪਰ ਚੜੀ ਹੋਈ ਸਤੀ ਹੋਣ ਵਾਲੀ ਇਸਤਰੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੜ੍ਹ ਕੇ ਬੀਰ ਮਸਾਨ, ਅਤੇ ਜਿਹੜੇ ਬੀਰ ਆਦਿਕ ਹਨ ਇਹ ਮੰਨੇ ਜਾਂਦੇ ਨੇ ਕਿ ਇਹ ਕਬਰਾਂ ਦੇ ਵਿੱਚ ਮੜੀਆਂ ਆਦਿਕ ਦੇ ਰਹਿਣ ਵਾਲੇ ਅਦ੍ਰਿਸ਼ ਜਿਹੜੇ ਹਨ, ਕੁਝ ਜੀਵ ਹਨ, ਕੁਝ ਇਸ ਤਰ੍ਹਾਂ ਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਿਖਾ 'ਤੇ ਬੈਠੀ ਹੋਈ ਇਸਤਰੀ ਜਿਹਨੂੰ ਸਤੀ ਹੋ ਰਹੀ ਹੈ ਉਹ ਆਖ ਰਹੀ ਹੈ, ਸੁਨ ਹੋ ਬੀਰ ਮਸਾਨ। ਸੁਨ ਹੋ ਬੀਰ ਮਸਾਨ ਦਾ ਪਹਿਲਾ ਭਾਵ, ਇਸ ਸ਼ਲੋਕ ਦੇ 3 ਭਾਵ ਆਪ ਦੇ ਨਾਲ ਸਾਂਝੇ ਕਰਾਂਗਾ। ਪਹਿਲੇ ਭਾਵ ਦੇ ਵਿੱਚ ਉਹ ਸਤੀ ਚਿਖਾ 'ਤੇ ਬੈਠੀ ਆਖਦੀ ਹੈ, ਸੁਨ ਹੋ ਬੀਰ ਮਸਾਨ। ਜਿਵੇਂ ਬੀਰ ਜੋਗਨੀਆਂ ਇਹ ਭੂਤਾਂ ਆਦਿਕ ਦੀ ਇੱਕ ਕੈਟਾਗਰੀ ਮੰਨੀ ਜਾਂਦੀ ਹੈ ਅਤੇ ਇਹ ਦਿਖਦੇ ਨਹੀਂ ਆਮ ਕਰਕੇ। ਤਾਂ ਇਸੇ ਪ੍ਰਕਾਰ ਉਹ ਸਤੀ ਕਹਿ ਰਹੀ ਹੈ ਕਿ ਸੁਨ ਹੋ ਬੀਰ ਮਸਾਨ। ਇਹ ਦੁਨੀਆਦਾਰੀ ਦੇ ਲੋਕੋ ਜਿਹੜੇ ਮੌਤ ਦੇ ਜਾਗਣ ਦੇ ਤਲ ਤੋਂ ਮੁਰਦਾ ਹੋ ਗਏ ਹੋ ਅਤੇ ਗਫਲਤਾਈ ਦੇ ਵਿੱਚ ਜਿਉਂ ਰਹੇ ਹੋ। ਮਤਲਬ ਕਿ ਕਿਸੇ ਦੂਜੇ ਦਾ ਜਲਣਾ ਦੇਖ ਕੇ, ਕਿਸੇ ਦੂਜੇ ਦਾ ਚਿਖਾ ਵਿੱਚ ਸੜਨਾ ਦੇਖ ਕੇ, ਕਿਸੇ ਦੂਜੇ ਦੇ ਜੀਵਨ ਦੀ ਸਮਾਪਤੀ ਦਾ ਇਹ ਰੂਪ ਦੇਖ ਕੇ ਵੀ ਤੁਹਾਡੇ ਅੰਦਰ ਕੋਈ ਹਲਚਲ ਨਹੀਂ ਪੈਦਾ ਹੋ ਰਹੀ। ਇਸ ਕਰਕੇ ਦੁਨੀਆਦਾਰੀ ਦੇ ਤਲ 'ਤੇ ਖਚਿਤ ਹੋ ਕੇ ਅਧਿਆਤਮਿਕ ਜੀਵਨ ਦੇ, ਰੂਹਾਨੀ ਜੀਵਨ ਦੇ ਨੁਕਤੇ ਤੋਂ ਮਰ ਚੁੱਕੇ ਲੋਕੋ ਆਖਦੇ ਹਨ, ਲੋਗ ਸਬਾਇਆ ਚੱਲ ਗਇਓ ਹਮ ਤੁਮ ਕਾਮ ਨਿਧਾਨ। ਅਤੇ ਕਹਿੰਦੇ ਇੱਕ ਇਸਤਰੀ ਨੂੰ ਸਤੀ ਕਰਕੇ ਚਿਖਾ ਦੇ ਵਿੱਚ ਅਤੇ ਕੋਈ ਕੁਝ ਆਪਣੇ ਦਰਦ ਨੂੰ ਲੈ ਕੇ ਤੁਰ ਪਏ ਨੇ ਕਿ ਮਾੜਾ ਹੋਇਆ, ਕੁਝ ਆਪਣਾ ਤਮਾਸ਼ਾ ਵੇਖ ਕੇ ਤੁਰ ਪਏ ਨੇ। ਤਾਂ ਇਸੇ ਪ੍ਰਕਾਰ ਜਿਹੜੇ ਮੜੀਆਂ ਦੇ ਵਿੱਚ ਉਸ ਨੂੰ ਜਲਾਉਣ ਵਾਲੇ ਹਨ, ਕਿਉਂਕਿ ਇਹ ਵੀ ਇੱਕ ਵਿਸ਼ੇਸ਼ ਲੋਕ ਹੁੰਦੇ ਸਨ ਜਿਹੜੇ ਸਤੀ ਨੂੰ, ਜਿਹੜੀ ਇਸਤਰੀ ਨੂੰ ਸਤੀ ਕਰਦੇ ਸਨ। ਆਮ ਪਰਿਵਾਰ ਨਹੀਂ ਸੀ ਕਰਦਾ ਹੁੰਦਾ, ਉਹ ਵਿਸ਼ੇਸ਼ ਲੋਕ ਹੁੰਦੇ ਸਨ, ਉਹ ਕਿਸੇ ਜਾਤੀ ਨਾਲ ਸੰਬੰਧਿਤ ਸਨ, ਉਹ ਬੜੇ ਕਰੂਰ ਸੁਭਾਅ ਦੇ ਹੁੰਦੇ ਸਨ। ਤਾਂ ਕਦੇ ਇਸ ਦਾ ਦ੍ਰਿਸ਼ ਜਿਹੜਾ 14ਵੀਂ ਪੱਧਰੀ ਸਦੀ ਦਾ ਮੱਧਕਾਲੀਨ ਸਾਹਿਤ ਮਿਲ ਜਾਂਦਾ ਹੈ, ਉਹਦੇ ਵਿੱਚ ਇਹਦੇ ਬੜੇ ਭਿਆਨਕ ਰੂਪ ਲਿਖੇ ਹੋਏ ਨੇ। ਤਾਂ ਇਸੇ ਪ੍ਰਕਾਰ ਆਖ ਰਹੇ ਹਨ ਕਿ ਬੀਰ ਮਸਾਨ ਭਾਵ ਕਿ ਜਿਹੜੇ ਲੋਕ ਚਲੇ ਗਏ ਨੇ, ਕੁਝ ਇਸ ਦ੍ਰਿਸ਼ ਨੂੰ ਵੇਖ ਕੇ ਦਰਦ ਪੈਦਾ ਹੋ ਗਿਆ ਮਤਲਬ, ਅਤੇ ਕੁਝ ਇਹਦੇ ਤੋਂ ਤਮਾਸ਼ੇ ਦਾ ਭਾਵ ਲੈ ਕੇ ਚਲੇ ਗਏ ਨੇ ਹਮ ਤੁਮ ਕਰਦਿਆਂ ਹੋਇਆਂ ਕਿ ਤੁਹਾਡਾ ਕੀ ਹੈ, ਸਾਡਾ ਕੀ ਹੈ। ਆਪਸੀ ਚਰਚਾ ਫਿਰ ਉਸੇ ਤਰ੍ਹਾਂ ਸ਼ੁਰੂ ਕਰਕੇ ਹਮ ਤੁਮ ਕਾਮ ਨਿਧਾਨ, ਅਤੇ ਫਿਰ ਆਪਣੇ ਉਹੀ ਦੁਨੀਆਦਾਰੀ ਧੰਦੇ ਵੱਲ ਪ੍ਰਵਿਰਤ ਹੋ ਗਏ ਹਨ। ਅਤੇ ਇਸੇ ਪ੍ਰਕਾਰ ਉਹ ਸਤੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੜਦੀ ਹੋਈ ਆਖ ਰਹੀ ਹੈ ਕਿ ਜੀਵਨ ਦਾ ਅੰਤ ਨਿਸ਼ਚਿਤ ਹੈ, ਅਤੇ ਜੇ ਬੀਰਾਂ ਮਸਾਣਾ ਵਾਂਗੂ ਤੁਹਾਡੇ ਜੀਵਨ ਦੇ ਵਿੱਚ ਮੁਰਦਾ ਪਾਣੀ ਛਾਇਆ ਰਿਹਾ। ਇੱਕ ਮੁਰਦਾ ਪਾਣੀ ਇਹ ਹੈ ਕਿ ਜਿਹੜਾ ਚਿਖਾ ਵਿੱਚ ਜਲ ਕੇ ਅਤੇ ਪੂਰਾ ਨਾਸ਼ ਹੋ ਗਿਆ। ਇੱਕ ਮੁਰਦਾ ਪਾਣੀ ਇਹ ਹੈ ਕਿ ਜੀਵਨ ਦੀ ਸਾਰੇ ਹੁਲਾਸ ਨੂੰ, ਬਲ ਨੇਮ ਨੂੰ, ਜੀਵਨ ਦੇ ਸਾਰੇ ਪੱਖ ਨੂੰ ਮਾਣ ਰਿਹਾ ਹੈ, ਪਰ ਉਹਦੇ ਵਿੱਚ ਜਾਗਿਆ ਨਹੀਂ ਜਾ ਰਿਹਾ ਜਾਂ ਉਹਦੇ ਵਿੱਚ ਆਪਣੇ ਜੀਵਨ ਦਾ ਮਨੋਰਥ ਨਹੀਂ ਪਛਾਣਿਆ ਜਾ ਰਿਹਾ। ਇਸ ਕਰਕੇ ਉਹ ਸਤੀ ਦੇ ਦੁਆਰਾ ਭਗਤ ਕਬੀਰ ਸਾਹਿਬ ਜੀ ਇਹ ਅਨੁਭਵ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਉਹਦਾ ਜਲਣਾ ਆਪਣੇ ਆਪ ਦੇ ਵਿੱਚ ਬੜਾ ਦੁਖਦਾਈ ਹੈ, ਪਰ ਉਹ ਸਾਨੂੰ ਸੁਚੇਤ ਵੀ ਕਰ ਰਹੀ ਹੈ ਕਿ ਜਿਵੇਂ ਮੈਨੂੰ ਇੱਕ ਪਤੀ ਦੇ ਮਰਨ ਤੋਂ ਬਾਅਦ ਮੇਰੇ ਜੀਵਨ ਦੀ ਕਦਰ ਨਹੀਂ ਜਾਣੀ ਗਈ, ਮੇਰੇ ਜੀਵਨ ਦੀ ਮਹੱਤਤਾ ਨੂੰ ਨਹੀਂ ਪਛਾਣਿਆ ਗਿਆ, ਅਤੇ ਮੈਨੂੰ ਉਹਦੇ ਨਾਲ ਸਤੀ ਕੀਤਾ ਜਾ ਰਿਹਾ, ਭਾਵੇਂ ਜ਼ਬਰਦਸਤੀ ਕੀਤਾ ਜਾ ਰਿਹਾ ਹੈ। ਤਾਂ ਇਸੇ ਪ੍ਰਕਾਰ ਜਿਸ ਰੂਹਾਨੀ ਜੀਵਨ ਦੇ ਤਲ ਤੋਂ ਆਪਣੇ ਆਤਮਿਕ ਸਰੂਪ ਨੂੰ ਤੁਸੀਂ ਵਿਸਾਰ ਚੁੱਕੇ ਹੋ ਅਤੇ ਸਮਝਦੇ ਹੋ ਕਿ ਆਪਣੇ ਜੋਤ ਸਰੂਪ ਨੂੰ ਵਿਸਾਰ ਕੇ ਅਸੀਂ ਜੀਵਨ ਦਾ ਕੋਈ ਵੱਡਾ ਆਨੰਦ ਮਾਣ ਲਵਾਂਗੇ,
ਤਾਂ ਇਸੇ ਪ੍ਰਕਾਰ ਉਹ ਸਤੀ ਦੇ ਭਗਤ ਕਬੀਰ ਸਾਹਿਬ ਜੀ ਆਖਦੇ, ਹਮ ਤੁਮ ਕਾਮ ਨਿਦਾਨ ਲੋਕ ਸਬਾਇਆ ਚੱਲ ਗਏ। ਉਹ ਕਹਿੰਦੇ ਬੜੇ ਲੋਕ ਇਸ ਤਰ੍ਹਾਂ ਚਲੇ ਗਏ ਹਨ। ਪਤਾ ਨਹੀਂ ਕਿੰਨੀ ਦੁਨੀਆ ਗਫਲਤਾਈ ਦੇ ਵਿੱਚ ਜੀਵਨ ਦੇ ਮਨੋਰਥ ਨੂੰ ਬਿਨਾਂ ਪ੍ਰਾਪਤ ਕੀਤਿਆਂ ਹੀ ਖੁਆਰ ਹੋ ਗਈ ਹੈ। ਜਿਵੇਂ ਸਤੀ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਸਤੀ ਦੀ ਕੋਈ ਕੀਮਤ ਨਹੀਂ ਜਾਣੀ ਗਈ, ਅਤੇ ਇਸੇ ਪ੍ਰਕਾਰ ਉਹ ਸਤੀ ਦੇ ਵਾਕ ਦੁਆਰਾ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਕਿ ਤੁਹਾਡੇ ਜੀਵਨ ਦੀ ਵੀ ਕੋਈ ਕੀਮਤ ਨਹੀਂ ਰਹਿ ਜਾਏਗੀ ਔਰ ਤੁਸੀਂ ਮੁਰਦਿਆਂ ਸਮਾਨ ਰਹੋਗੇ। ਜੇ ਮੁਰਦਿਆਂ ਸਮਾਨ ਹੀ ਰਹੋਗੇ, ਜੇ ਆਪਣੇ ਆਤਮ ਸਰੂਪ ਨੂੰ ਨਾ ਪਛਾਣ ਕੇ ਅਤੇ ਉਸ ਰੂਪ ਦੇ ਨਾਲ ਅਭੇਦ ਹੋਣ ਦਾ, ਉਹਦੇ ਵਿੱਚ ਲੀਨ ਹੋਣ ਦਾ ਯਤਨ ਨਹੀਂ ਕਰੋਗੇ। ਇਸ ਰੂਪ ਦੇ ਵਿੱਚ ਉਹ ਸਤੀ ਦੁਆਰਾ ਜਿਹੜੀ ਪੁਕਾਰ ਹੈ, ਉਹਦਾ ਪਹਿਲਾ ਰੂਪ, ਇਹ ਪਹਿਲਾ ਭਾਵ ਆਪਦੇ ਸਨਮੁਖ ਰੱਖਿਆ ਕਿ ਉਹ ਸੁਚੇਤ ਕਰ ਰਹੀ ਹੈ ਕਿ ਦੁਨੀਆਦਾਰੀ ਦਾ ਸਿਲਸਿਲਾ, ਜਿਵੇਂ ਮੇਰੇ ਪਤੀ ਤੋਂ ਬਾਅਦ ਮੇਰਾ ਸਰੀਰ ਇਵੇਂ ਰਾਖ ਹੋ ਗਿਆ, ਇਸੇ ਪ੍ਰਕਾਰ ਜੇ ਤੁਸੀਂ ਆਪਣੇ ਆਤਮਿਕ ਜੀਵਨ ਦੇ ਮਨੋਰਥ ਨੂੰ ਨਾ ਪਛਾਣਿਆ ਤਾਂ ਜੀਵਨ ਦਾ ਭਾਵੇਂ ਕਿੰਨੀ ਵੀ ਚੰਗੀ ਅਵਸਥਾ ਨਾ ਹੋਵੇ, ਜੀਵਨ ਦੇ ਕਿੰਨੇ ਵੀ ਰੰਗ ਹੁਲਾਸ ਕਿਉਂ ਨਾ ਮਾਣੇ ਹੋਣ, ਪਰ ਜੇ ਪ੍ਰਭੂ ਆਪਣੇ ਆਤਮ ਸਰੂਪ ਦੀ ਪਛਾਣ ਆ ਕੇ ਅਕਾਲ ਪੁਰਖ ਦੇ ਨਾਲ ਨਾ ਅਭੇਦ ਹੋਇਆ ਗਿਆ ਤਾਂ ਤੁਹਾਡਾ ਜਿਹੜਾ ਜੀਵਨ ਹੈ ਇਸੇ ਪ੍ਰਕਾਰ ਨਿਸ਼ਫਲ ਜਾਏਗਾ। ਇਹ ਸ਼ਲੋਕ ਦਾ ਪਹਿਲਾ ਭਾਵ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨਹੁ ਬੀਰ ਮਸਾਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਤੀ ਪੁਕਾਰੈ, ਕਿ ਇਸੇ ਪ੍ਰਕਾਰ ਇੱਕ ਹੋਰ ਵੀ ਇਹਦੇ ਵਿੱਚ ਗੱਲ ਆਪ ਦੇ ਸਨਮੁਖ ਰੱਖਦੇ ਹਾਂ ਕਿ ਜਦ ਜਿਵੇਂ ਅੱਜ ਆਪ ਜੀ ਨੇ ਕਈ ਵਾਰੀ ਸੁਣਿਆ ਹੋਏਗਾ ਕਿ ਇਸਤਰੀਆਂ ਪਹਿਲਾਂ ਅਕਸਰ ਕਾਮਨਾ ਕਰਦੀਆਂ ਸਨ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਪਤੀ ਦਾ ਜਿਹੜਾ ਆਸਰਾ ਹੈ ਮੇਰੇ ਸਿਰ ਤੋਂ ਉੱਠੇ। ਆਮ ਇਹ ਕਾਮਨਾ ਕੀਤੀ ਜਾਂਦੀ ਸੀ, ਆਮ ਪੰਜਾਬ ਦੇ ਵਿੱਚ ਵੀ ਕੀਤੀ ਜਾਂਦੀ। ਇਸ ਕਰਕੇ ਇੱਕ ਇਹੋ ਜਿਹਾ ਪੱਧਰ ਬਣਿਆ ਕਿ ਪਤੀ ਨੂੰ ਪਰਮੇਸ਼ਵਰ ਕਹਿਣਾ ਲੱਗ ਪਏ, ਕਿਉਂਕਿ ਉਦੋਂ ਸਮਾਜਿਕ ਵਿਧਾਨ ਐਸਾ ਸੀ ਕਿ ਅਗਰ ਪਤੀ ਚਲਾ ਗਿਆ ਤਾਂ ਤੇਰੇ ਜੀਵਨ ਦੀ ਕੋਈ ਬਾਤ ਨਹੀਂ ਪੁੱਛੇਗਾ। ਤਾਂ ਇਸੇ ਪ੍ਰਕਾਰ ਫਿਰ ਕੀ ਹੁੰਦਾ ਸੀ ਕਿ ਜਿਹੜੀ ਇਸਤਰੀ ਸੀ ਉਹਦੀ ਜਿਹੜੀ ਇੱਕ ਕਾਮਨਾ ਸੀ ਇਹ ਵੀ ਬਣੀ ਰਹਿੰਦੀ ਸੀ ਕਿ ਮੇਰੇ ਕੰਤ ਦਾ ਆਸਰਾ ਸਜੀਵ ਰਹੇ। ਤਾਂ ਇਸੇ ਪ੍ਰਕਾਰ ਜਦ ਕਦੇ ਉਹਦੇ ਸਿਰ ਤੋਂ ਕੰਤ ਦਾ ਆਸਰਾ ਉੱਠ ਜਾਂਦਾ ਸੀ ਤਾਂ ਕਈ ਵਾਰੀ ਹੁੰਦਾ ਸੀ ਕਿ ਉਹਦੇ 'ਤੇ ਪਾਗਲਪਨ ਦੀ ਹਾਲਤ ਉਤਰ ਜਾਂਦੀ ਸੀ ਅਤੇ ਉਹ ਫਿਰ ਆਪਣੇ ਆਪ ਨੂੰ ਆਪੇ ਹੀ ਸਤੀ ਐਲਾਨ ਕਰ ਦਿੰਦੀ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਇਸ ਕਸ਼ਟ ਵਿੱਚੋਂ ਹੁਣ ਮੈਨੂੰ ਗੁਜ਼ਰਨਾ ਹੀ ਪਏਗਾ। ਤਾਂ ਪਾਗਲਪਨ ਦੀ ਹੱਦ ਉਹਦੇ 'ਤੇ ਆ ਜਾਂਦੀ ਸੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਤੀ ਪੁਕਾਰੈ ਚਿਹ ਚੜੀ, ਜੀਵਨ ਦੇ ਵਿੱਚ ਪੈ ਕੇ ਚਿਖਾ ਦੇ ਉੱਪਰ ਜਿਹੜੀ ਬੈਠੀ ਹੋਈ ਸਤੀ ਹੈ, ਸੁਨਹੁ ਬੀਰ ਮਸਾਨ, ਉਹ ਮੜੀਆਂ ਦੇ ਵਿੱਚ ਰਹਿਣ ਵਾਲੇ ਬੀਰਾਂ ਜੋਗਨੀਆਂ ਨੂੰ ਸੰਬੋਧਨ ਹੋ ਕੇ ਆਖਦੀ ਹੈ ਕਿ ਦੇਖ ਲਓ, ਪਰਿਵਾਰ ਦੇ ਨਾਲ ਮੇਰਾ ਸੰਬੰਧ ਸੀ ਮੇਰੇ ਪਤੀ ਕਰਕੇ, ਉਹ ਰੁਖਸਤ ਹੋ ਗਿਆ ਅਤੇ ਮੇਰੇ ਸੰਬੰਧੀ ਇੱਥੇ ਮੈਨੂੰ ਛੱਡ ਕੇ ਵੀ ਗਏ ਨੇ, ਅਤੇ ਇਸ ਰੂਪ ਦੇ ਵਿੱਚ ਕਿ ਉਹ ਮੇਰੇ ਜੀਵਨ ਦੀ ਲੀਲਾ ਨੂੰ ਸਮਾਪਤ ਕਰ ਗਏ ਨੇ। ਹੁਣ ਮੇਰੇ ਕੋਲੋਂ ਪਰਿਵਾਰ ਨਹੀਂ ਰਿਹਾ, ਮੇਰੇ ਕੋਲੋਂ ਮੇਰਾ ਕੰਤ ਨਹੀਂ ਰਿਹਾ, ਮੈਂ ਬਿਲਕੁਲ ਵਿਜੋਗਣ ਹਾਂ। ਤਾਂ ਹੁਣ ਇਸੇ ਕਰਕੇ ਸੁਨਹੁ ਬੀਰ ਮਸਾਨ, ਇਸ ਕਰਕੇ ਮੜੀਆਂ ਕਬਰਾਂ ਦੇ ਵਿੱਚ ਜਿਵੇਂ ਤੰਤਰ ਦੇ ਵਿੱਚ ਮੰਨਿਆ ਜਾਂਦਾ ਕਿ ਬੀਰ ਜੋਗਨੀਆਂ ਹੁੰਦੇ ਨੇ, ਅਦ੍ਰਿਸ਼ ਹੁੰਦੇ ਨੇ, ਕਹਿਣ ਲੱਗੀ ਸਤੀ ਕਿ ਹੁਣ ਮੇਰਾ ਤੁਹਾਡੇ ਨਾਲ ਵਾਸਤਾ ਹੈ। ਇਸੇ ਪ੍ਰਕਾਰ ਪਰ ਕਹਿੰਦੀ ਮੇਰਾ ਹੁਣ ਮੈਂ ਚਾਹੁੰਦੀ ਹਾਂ ਕਿ ਪਰਿਵਾਰ ਤਾਂ ਚਲਾ ਗਿਆ, ਹੁਣ ਮੇਰਾ ਤੁਹਾਡੇ ਨਾਲ ਵਾਹ, ਕਿਉਂਕਿ ਮੈਨੂੰ ਮੜੀਆਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਰਹਿਣਾ ਪਏਗਾ ਅਤੇ ਮੜੀਆਂ ਦੇ ਵਿੱਚ ਹੀ ਤੁਹਾਡਾ ਵਾਸ, ਇਸ ਕਰਕੇ ਤੁਹਾਡੇ ਨਿਕਟ ਰਹਾਂਗੀ। ਤਾਂ ਇਸੇ ਪ੍ਰਕਾਰ ਕਹਿੰਦੀ ਪਰਿਵਾਰ ਵਾਲੇ ਜਲਾ ਕੇ ਚਲੇ ਗਏ ਨੇ ਅਤੇ ਉਹ ਸਮਝਦੇ ਨੇ ਕਿ ਸਾਡਾ ਸਿਲਸਿਲਾ ਸਮਾਪਤ ਹੋ ਗਿਆ, ਪਰ ਇਹ ਨਹੀਂ ਸਮਝਦੇ ਕਿ ਹਮ ਤੁਮ ਕਾਮ ਨਿਦਾਨ, ਕਿ ਜਿਵੇਂ ਮੈਨੂੰ ਸਤੀ ਰੂਪ ਦੇ ਵਿੱਚ ਇੱਥੇ ਆਉਣਾ ਪਿਆ, ਇਸੇ ਪ੍ਰਕਾਰ ਉਹਨਾਂ ਦੇ ਜੀਵਨ ਦੀ ਵੀ ਤੋਰ ਚੱਲ ਰਹੀ। ਸੁਨਹੁ ਬੀਰ ਮਸਾਨ, ਅਤੇ ਕਹਿਣ ਲੱਗੇ ਕਿ ਇਸੇ ਪ੍ਰਕਾਰ ਜਦੋਂ ਮੈਨੂੰ ਜਲਾ ਕੇ ਤੁਰਨ ਲੱਗੇ ਤਾਂ ਉਹ ਕੀ ਹੁੰਦਾ, ਪਹਿਲਾਂ ਨਾ ਹੁਣ ਤਾਂ ਇਹ ਬਹੁਤ ਰਿਚੁਅਲ ਬਹੁਤ ਘੱਟ ਗਏ ਨੇ, ਨਹੀਂ ਤਾਂ ਪਹਿਲਾਂ ਮ੍ਰਿਤੂ 'ਤੇ ਬੜੇ ਰਿਚੁਅਲ ਜੇ ਕੀਤੇ ਜਾਂਦੇ ਸਨ। ਕੀ ਕਰਦੇ ਸਨ ਕਿ ਜਦੋਂ ਕਬਰਖਾਨੇ ਵਿੱਚ ਦਾਖਲ ਹੁੰਦੇ ਸਨ ਤਾਂ ਹਰੇਕ ਨੂੰ ਇੱਕ ਇੱਕ ਕਾਨਾ ਫੜਾ ਦਿੱਤਾ ਜਾਂਦਾ ਸੀ, ਛੋਟਾ ਕੁ ਗਿੱਠ ਕੋ। ਤਾਂ ਜਦੋਂ ਹੀ ਉਹਦੀ ਸਾਰੀ ਕਿਰਿਆ ਸੰਸਕਾਰ ਦੀ ਪੂਰੀ ਹੁੰਦੀ ਸੀ ਤਾਂ ਉਹਨੂੰ ਨੇੜੇ ਜਾ ਕੇ ਨਾ ਤੋੜਦੇ ਸਨ, ਤਾਂ ਮਤਲਬ ਮੁੜ ਕੇ ਤੁਰ ਪੈਂਦੇ ਸਨ ਘਰ ਨੂੰ, ਤਾਂ ਪਿਛਾਂਹ ਨਹੀਂ ਸੀ ਦੇਖਦੇ। ਤਾਂ ਉਹ ਕਹਿੰਦੇ ਹੁੰਦੇ ਸੀ ਕਿ ਇਹਦਾ ਤਿਨਕਾ ਤੋੜ ਦਿੱਤਾ ਹੈ। ਸਤੀ ਨਾਲ ਵੀ ਐਸਾ ਕਰਦੇ ਸਨ। ਤਾਂ ਇਸੇ ਪ੍ਰਕਾਰ ਉਹ ਸਤੀ ਆਖਰੀ ਉਸ ਮੜੀਆਂ ਕਬਰਾਂ ਦੇ ਵਿੱਚ ਰਹਿਣ ਵਾਲੇ ਵੀਰਾਂ ਜੋਗਨੀਆਂ ਨੂੰ
कि मेरे परिवार के सारे संबंधी तिनका तोड़ गए ने मेड़े नालों। तो वो कह रहे हैं कि हुण कोई नाता नहीं बचिया, पर वो ये नहीं सोच रहे कि तुहाडा नाता भी तो मौत के नाल गंढिया गया है, तो तुहाडा अज नहीं तो कल तिनका टुट ही जाना है। इस करके हम तुम काम निदान, इस करके हम भाव किस हौमे दे विच, तुम भाव कि तुसी मरोगे। इस तरह की हौमे ते मैं मेरी दे भाव विच क्यों अपना जीवन गुजार रहे हो। जे मेरा तिनका अज टुटिया है जां तुहानूं तोड़ना पिया, जदों मेरा शरीर जल गया जां जीवन खत्म हो गया, तो यकीनन ये गल याद रखो कि जदों आत्मा रूप कंत तुहाडे तो विसर गया, तो तुहानूं मैनूं दुनियावी पति धारण करके उहदे जाण तो बाद सती होना पिया। तो तुहानूं जिहड़ी देह है, जिहड़ी आत्म जोत करके वस रही है, जदों आत्म जोत रुखसत हो गई तो तुहाडी देह नूं भी इवें जलाया जावेगा। तो इस करके हम तो मकाम निदान, ते जिहड़े हौमे ते मैं मेरी दे बंधनां विच पै के दूजे दे जीवन की इस हालत नूं, गफलत नूं नहीं चितार रहे हो, नहीं समझ रहे हो, जां नहीं उहदे तो जाग रहे हो, तो हम तो मकाम निदान, तो यह भी तुहाडी मूर्खता जां अणजाणपुणा है, अल्पगपुणा है। इसे प्रकार तीजे भाव दे विच इस श्लोक द्वारा भगत कबीर साहब जी बख्शिश करते हैं। कबीर सती पुकारै चिह चढ़ी, सुनो वीर मसान। तो इसे प्रकार हुण दुनिया दे विच कई रब्बी पुरख हुंदे हन, जिहड़े दुनिया तो बिल्कुल अपराम हो गए हुंदे हन। तो जिवें सती, जिवें जदों सती होना हुंदा सी जिस इस्त्री ने, वो अपने पति दे मरदियां ही अपने वाल खिलार लैंदी हुंदी सी, अपना संदूर आदਿਕ सारा पूंਝ देना, होर सारे जिन्ने सुहागण दे चिन्ह उतार दिंदी हुंदी सी। इसे प्रकार जिहड़े संत जन दुनियादारी वल्लों सती वांग बिल्कुल उपराम विरकत हो गए ने, उन्हां दुनियादारी दे सारे जिहड़े बंधन कहे जाते हैं उन्हां नूं बिल्कुल त्याग दिता हुंदा है। तो दुनिया उन्हां दे इस रूप नूं नहीं समझदी ते उन्हां नूं बावरे रूप दे विच जाणदी है। तो भगत कबीर साहब जी कहंदे सती पुकारै चिह चढ़ी, चौथे पद की अवस्था ते पुज्या होया परमेश्वर दा जन, जिन्ने दुनिया दे नालों बंधन तोड़े हैं। भगत कबीर साहब जी दे ना बाणी चवाक ने, कहत कबीरा जो हर ध्यावै जीवत बंधन तोरै। इसे प्रकार कहते जिहड़ा संत पुरख सती वांग, सती का भाव कि अजे पता नहीं निश्चित है कि नहीं, पर उन्हें मन लिया। इसे करके जो गुरबाणी च उन्हें भगत कबीर साहब जी के श्लोक आते हैं कि अब तो जरै मरै सिद्ध पाईए लीनो हाथ संदौरा। तो भावें उन्होंने आके किन्ने भी तरवास देण कि कोई नहीं, पर उन्होंने पता होंदा कि मैनूं जलना ही पएगा। तो कहते इसे प्रकार परमेश्वर दे संत जन जिन्हां ने इसे प्रकार दे विच मौत के कष्ट नूं प्रमुख जान के उस भयानक संकट तो मुक्त होने दे लई निरभाव जिहड़ी अवस्था अपने उपर धारण कर लई, ते अपने देही दे नष्ट होने का जिहड़ा डर है जां काल दी मार दा जितना पै है उन्होंने नाश कर दिता है। इहदा मतलब परमेश्वर दे संत सती हो गए ने, वो हुण मृत्यु के डर तो नहीं डरदे, भावें किसी भी अवस्था विच, किसी भी रूप विच, किसी ढंग करके आवे। फिर कहते जिमें संदूर पूंਝ दिता जाता है, इसे प्रकार दुनियादारी दे विच चलदियां जिहड़ी मैल मनुख दे जीवन नूं मलीन करदी है, संतां ने अपने उस भाव दे नाल आप ही पूंਝ लई है। भाव कि सारी दुनियादारी दी मैल नूं अपने मस्तक तो ला दिता है, भाव कि द्वैत हटा दिता है, ईरखा नफरत होर जिहड़े सारे दुनिया दे मलीनताई दे भाव कहे जांदे ने वो सारे कर दिते हन। इसे प्रकार अपने जिवें वो केस कलार दी, इसे प्रकार संत जना ने एक बौरेपण का जीवन बतीत कर दिता। मैं एक समय ना एक किसी नावल इस्त्री नावलकार से उहदा नावल पढ़िया, ਉਹਦੇ ਵਿੱਚ एक इस तरह का जिक्र आउंदा कि कई मतलब इस्त्रियां फिर इन्नी निराशा हो जाती सी कि वो अपने पति दे कब शमशान घाट विच पहुँचण तो पहलां आप शमशान घाट विच पहुँच जांदियां सन। तो इसे प्रकार भगत कबीर साहब जी कहते संत जन मृत्यु आउण तो पहलां जां जीवन के खत्म तो पहलां अपने निज घर दे विच पहुँच के स्थित हो जाते हैं ते अपने जीवन की परम अवस्था नूं माणदे हन। पर लोग सबाया चल गए। वो कहते संत अपने तल की सिखरली अवस्था में जिउं रहा है, जिहदे विच उन्हें मृत्यु के डर नूं ला दिता है, दुनियादारी के बंधनां नूं तोड़ दिता है, अपने अंतर मैल मन की मैल नूं पूरी तरह साफ कर लिया है, तो आखिर वो जीवन दे विच इस तरह की क्रिया दे विच चल रहा है
ਜਿਹਦੇ ਵਿੱਚ ਹਰ ਵੇਲੇ ਜੋਖਮ ਹੈ। ਤੇ ਕਹਿੰਦੇ ਜੇ ਇਸ ਤਰ੍ਹਾਂ ਚੱਲਦਾ ਸੰਤ ਦਾ ਜੀਵਨ ਹੋ ਜਾਵੇ ਤਾਂ ਲੋਕ ਉਹਨੂੰ ਬੌਰਾ ਸਮਝ ਕੇ ਜਿਉਂਦਾ ਹੀ ਮਰਿਆ ਸਮਾਨ ਸਮਝਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਕ ਸਵਾਇਆ, ਲੋਕਾਂ ਨੂੰ ਇੰਨਾ ਕੀ ਪਤਾ ਹੈ ਕਿ ਸੰਤ ਬੌਰਾ ਹੋ ਗਿਆ ਜਾਂ ਸੰਤ ਨੂੰ ਜੀਵਨ ਦਾ ਹੁਣ ਮਤਲਬ ਇਹ ਪਾਗਲਪਨ 'ਚ ਚਲਾ ਗਿਆ ਹੈ। ਕਹਿੰਦੇ ਪਰ ਉਹ ਨਹੀਂ ਜਾਣਦੇ ਕਿ ਹਮ ਤੁਮ ਕਾਮ ਨਿਦਾਨ, ਉਹਨਾਂ ਨੇ ਆਪਣੀ ਹਉ ਮੇਟ ਕੇ ਤੁਮ ਵਿੱਚ ਕਰ ਲਈ ਹੈ ਅਤੇ ਕਾਮ ਨਿਦਾਨ ਅਤੇ ਉਸ ਸੱਚੇ ਪ੍ਰਭੂ ਦੇ ਨਾਲ ਜੁੜ ਕੇ ਅਭੇਦ ਹੋ ਗਏ ਹਨ। ਅਤੇ ਹੁਣ ਉਹਨਾਂ ਦਾ ਜੀਵਨ ਭਾਵੇਂ ਇੱਕ ਨੁਕਤੇ ਤੋਂ ਦੁਨੀਆਦਾਰੀ ਵੱਲੋਂ ਖਤਮ ਮੰਨਿਆ ਜਾ ਰਿਹਾ ਹੈ, ਪਰ ਉਹ ਅਗਲਾ ਸਜੀਵ ਧਾਰਨ ਕਰਨਗੇ। ਇਸ ਕਰਕੇ ਬਾਣੀ 'ਚ ਨਾ ਇੱਕ ਵਾਕ ਆਉਂਦਾ ਹੈ, ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਭੀ ਸੋ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਕਹਿੰਦੇ ਸਤੀ ਲਈ ਇੱਕ ਕਸ਼ਟ ਤਾਂ ਭਾਵੇਂ ਔਖਾ ਸੀ ਪਰ ਸੌਖਾ ਵੀ ਸੀ ਕਿ ਉਹਨੂੰ ਇੱਕੋ ਵਾਰੀ ਕਸ਼ਟ ਭੁਗਤਣਾ ਪਿਆ ਅਤੇ ਉਹਦੇ ਵਿੱਚ ਉਹ ਮਤਲਬ ਉਹਦਾ ਜੀਵਨ ਖਤਮ ਹੋ ਗਿਆ ਅਤੇ ਗੱਲ ਸਮਾਪਤ ਹੋ ਗਈ। ਪਰ ਇੱਕ ਕਹਿੰਦੇ ਉੱਤਮ ਸਤੀ ਵੀ ਹੋ ਜਾਂਦੀ ਹੈ ਜਿਹੜੀ ਸਾਰੀ ਜ਼ਿੰਦਗੀ ਆਪਣੇ ਕੰਤ ਦੇ ਬਿਰਹ ਦੀ ਚੋਟ ਨੂੰ ਰੋਜ਼ਾਨਾ ਸਹਾਰਦੀ ਹੈ। ਇਸੇ ਪ੍ਰਕਾਰ ਕਹਿੰਦੇ ਸੰਤ ਜਨਾਂ ਨੇ ਆਪਣਾ ਸਾਰਾ ਕੁਝ ਉਸ ਪ੍ਰਭੂ ਨੂੰ ਅਰਪਣ ਕਰ ਦਿੱਤਾ ਹੈ ਅਤੇ ਜੇ ਉਹਨਾਂ ਨੂੰ ਅਜੇ ਤੱਕ ਪ੍ਰਭੂ ਦਾ ਮਿਲਾਪ ਨਹੀਂ ਪ੍ਰਾਪਤ ਹੋ ਰਿਹਾ ਅਤੇ ਉਹ ਜਿਉਂਦਿਆਂ ਦੀ ਇਸ ਜੀਵਨ ਦੇ ਵਿੱਚ ਬਿਰਹ ਦੀ ਸਹੋਟ ਸਹਾਰ ਕੇ ਸਤੀਆਂ ਵਰਗਾ ਜੀਵਨ ਜਿਉਂਦੇ ਹਨ। ਭਗਤ ਕਬੀਰ ਸਾਹਿਬ ਜੀ ਦਾ ਬੰਦਗੀ ਅਨੁਭਵ ਦੇਖੋ ਤੁਸੀਂ, ਅਸੀਂ ਕਿੰਨਾ ਕੁਝ ਜ਼ਿੰਦਗੀ 'ਚ ਹੰਢਾਉਂਦੇ ਹਾਂ। ਸਾਡਾ ਅਸਲ 'ਚ ਜੀਵਨ ਨਾ ਬੰਦਗੀ ਦੇ ਨਾਲ ਇੱਕ ਸੁਰ ਨਹੀਂ ਹੋਇਆ। ਮੈਂ ਇੱਕ ਦਿਨ ਕੁਦਰਤੀ ਇਹ ਵਿਚਾਰ ਰਿਹਾ ਸਾਂ ਕਿ ਸਤਸੰਗੀ ਮਨੁੱਖ ਦਾ ਸਮੁੱਚਾ ਹੀ ਜੀਵਨ ਬੰਦਗੀ ਦੇ ਨਾਲ ਇੱਕ ਸੁਰ ਹੋਣਾ ਚਾਹੀਦਾ ਹੈ। ਦੁਨੀਆ ਸਤੀ ਹੁੰਦੀ ਦੇਖਦੀ ਹੈ, ਉਹ ਆਪਣੇ ਭਾਵ ਕੱਢਦੀ ਹੈ। ਇੱਕ ਭਗਤ ਸਤੀ ਹੋਣਾ ਦੇਖ ਰਿਹਾ, ਉਹ ਕਿੰਨੇ ਭਾਵ ਉਹਦੇ ਵਿੱਚੋਂ ਕੱਢ ਰਿਹਾ ਗਿਆਨ ਦੇ। ਇਹਨੂੰ ਹੀ ਕਿਹਾ ਜਾਂਦਾ ਹੈ ਕਿ ਆਪਣੇ ਆਲੇ ਦੁਆਲੇ ਦੇ ਹਰੇਕ ਹਾਲਾਤ ਦੇ ਨਾਲ ਬੰਦਗੀ ਦੇ ਨੁਕਤੇ ਤੋਂ ਇੱਕ ਸੁਰ ਹੋ ਜਾਣਾ, ਕਿ ਉਹਦੇ ਵਿੱਚੋਂ ਵੀ ਗਿਆਨ ਦਾ ਭਾਵ ਭਗਤ ਕਬੀਰ ਸਾਹਿਬ ਜੀ ਪ੍ਰਗਟ ਕਰ ਰਹੇ ਹਨ। ਅਤੇ ਕਹਿੰਦੇ ਹਮ ਤੁਮ ਕਾਮ ਨਿਦਾਨ। ਇਸ ਪ੍ਰਕਾਰ ਇਹ ਤਿੰਨ ਭਾਵਾਂ ਦੇ ਵਿੱਚ ਇਸ ਸ਼ਲੋਕ ਦੀ ਵਿਆਖਿਆ ਪੂਰੀ ਹੁੰਦੀ। ਜੇ ਹੋਰ ਵੀ ਵਿਚਾਰਿਆ ਜਾਵੇ ਤਾਂ ਬੜਾ ਗੁਹਜ ਸ਼ਲੋਕ ਦਾ ਨੁਕਤਾ। ਸਤੀ ਦਾ ਭਾਵ ਜਿਹੜਾ ਕਿ ਇਹ ਸਤੀ ਦੀ ਪਰੰਪਰਾ ਬਣੀ ਹੈ, ਇਹਦੇ ਵਿੱਚ ਗਿਆਨ ਵੀ ਸੀ। ਇਹਦੇ ਵਿੱਚ ਜੇ ਸਮਾਜਿਕ ਨੁਕਤੇ ਤੋਂ ਦੇਖੀਏ ਕਿ ਜ਼ੁਲਮ ਸੀ ਤਾਂ ਇਹਦੇ ਵਿੱਚ ਗਿਆਨ ਵੀ ਸੀ ਕਿ ਉਹਦੇ ਵਿੱਚ ਉਹ ਵੱਖਰੀ ਗੱਲ ਹੈ। ਸਮਾਜ ਆਪਣੀ ਸਹੂਲਤ ਦੇ ਲਈ ਉਹਨੂੰ ਜੀਵਨ ਦਾ ਅਗਲਾ ਪੱਖ ਨਹੀਂ ਸੀ ਜਿਉਣ ਦਿੰਦਾ, ਕਿਉਂਕਿ ਸਮਾਜ ਨੇ ਆਪਣੀ ਵੀ ਇੱਕ ਦਬਾਅ ਬਣਾ ਕੇ ਰੱਖਣਾ ਹੁੰਦਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਈ ਐਸੀਆਂ ਉੱਤਮ ਹੁੰਦੀਆਂ ਸਨ ਕਿ ਉਹ ਜਿਨ੍ਹਾਂ ਨੇ ਉਹਦੇ ਨਾਲ ਨਿਭਣ ਦਾ ਕੌਲ ਕੀਤਾ ਹੁੰਦਾ ਸੀ ਅਤੇ ਜਦੋਂ ਉਹਦਾ ਸਰੀਰ ਵਿਨਸ ਜਾਂਦਾ ਸੀ ਕੰਤ ਦਾ, ਤਾਂ ਫਿਰ ਉਹ ਬਿਨਾਂ ਕਿਸੇ ਡਰ ਤੋਂ ਜਾਂ ਬਿਨਾਂ ਕਿਸੇ ਨਿਰਾਸ਼ਾ ਤੋਂ ਜਾਂ ਬਿਨਾਂ ਕਿਸੇ ਘਬਰਾਹਟ ਤੋਂ ਸਤੀ ਹੋਣਾ ਉਹਨਾਂ ਦੇ ਲਈ ਚਾਅ ਹੁੰਦਾ ਸੀ। ਇਸ ਕਰਕੇ ਬੜੇ ਐਸੇ ਤੁਹਾਨੂੰ ਰਾਜੇ ਮਹਾਰਾਜੇ ਮਿਲ ਜਾਣਗੇ ਜਿਨ੍ਹਾਂ ਦੀਆਂ ਸਤੀਆਂ ਜਿਹੜੀਆਂ ਸਨ ਬੜੇ ਪਤਨੀਆਂ ਬੜੇ ਚਾਅ ਦੇ ਨਾਲ ਸਤੀ ਹੋਈਆਂ। ਤਾਂ ਸਤੀ ਹੋਣ ਦਾ ਮਤਲਬ ਕੁਰਬਾਨ ਹੋਣਾ ਜਿਹਦੇ ਨਾਲ ਲੱਗੇ ਹੋਏ ਹਾਂ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੰਤ ਹਨ ਜਦੋਂ ਆਤਮ ਸਰੂਪ ਨੂੰ ਪਛਾਣ ਲੈਂਦੇ ਨੇ ਆਪਣੇ ਸਰੀਰ ਰੂਪ ਘਰ ਦੇ ਵਿੱਚ, ਤਾਂ ਫਿਰ ਉਹਦੇ ਨਾਲ ਪੂਰਾ ਨਿਭਦੇ ਹਨ ਅਤੇ ਕੁਰਬਾਨ ਚੜ੍ਹਨ ਦੇ ਲਈ ਜੇ ਜਿਉਂਦੇ ਜੀ ਉਹਨਾਂ ਨੂੰ ਆਪਣੇ ਆਪ ਨੂੰ ਜਲਣਾ ਵੀ ਪਵੇ ਤਾਂ ਇਸ ਗੱਲ ਤੋਂ ਪਿੱਛੇ ਵੀ ਨਹੀਂ ਹਟਦੇ ਹਨ। ਇਸ ਸ਼ਲੋਕ ਦਾ ਬਹੁਤ ਗਹਿਰੇ ਭਾਵ ਹਨ। ਤਾਂ ਭਗਤ ਕਬੀਰ ਸਾਹਿਬ ਜੀ ਇਵੇਂ ਬਖਸ਼ਿਸ਼ ਕਰਦੇ ਹਨ, ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ। ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਅਸੀਂ ਭੌਤਿਕ ਤਲ 'ਤੇ ਜਿਉਣ ਵਾਲੇ ਜੀਵ ਹਾਂ। ਭੌਤਿਕ ਤਲ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਅਸੀਂ ਆਕਾਰ ਕਰਕੇ ਸਾਨੂੰ ਸਾਡਾ ਜੀਵਨ ਸਾਡੇ ਆਕਾਰ ਕਰਕੇ ਲੱਗਦਾ ਹੈ। ਆਕਾਰ ਕਰਕੇ ਲੱਗਣ ਦਾ ਭਾਵ ਕਿ ਅਸੀਂ ਸਮਝਦੇ ਹਾਂ ਕਿ ਸਾਡੇ ਸਰੀਰ ਦਾ ਇਤਨਾ ਕੁ ਢਾਂਚਾ ਹੈ, ਇਤਨਾ ਕਿ ਸਾਰਾ ਕੁਝ ਚੱਲਦਾ ਜਾ ਰਿਹਾ ਹੈ, ਤਾਂ ਉਸੇ ਵਿੱਚ ਅਸੀਂ ਆਪਣੇ ਜੀਵਨ ਨੂੰ ਲਗਾਤਾਰ ਸਮਝਦੇ ਰਹਿੰਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭੌਤਿਕ ਰੂਪ ਦੇ ਵਿੱਚ ਪੈਦਾ ਹੋਏ ਹਾਂ ਤਾਂ ਜਿਹੜਾ ਸਰੀਰ ਹੈ ਉਹਨਾਂ ਨੂੰ ਇਸੇ ਪ੍ਰਕਾਰ ਚੱਲਦੇ ਰਹਿਣ ਲਈ ਬੈਠਾ ਰਹਿਣਾ ਪਏਗਾ। ਪਰ ਜੇ ਜੀਵਨ ਨੂੰ ਭੌਤਿਕਤਾ ਤੋਂ ਪਰਾਂ ਲੈ ਕੇ ਜਾ ਕੇ ਦੇਖੀਏ ਤਾਂ ਜੀਵਨ ਇਕੱਲਾ ਸਰੀਰ ਨਹੀਂ ਹੁੰਦਾ। ਹੁਣ ਕਿਸੇ ਥਾਂ ਬੈਠਣਾ ਹੈ, ਬੈਠਣ ਦੇ ਲਈ ਸਾਨੂੰ ਥਾਂ ਚਾਹੀਦੀ ਹੈ, ਦੌੜਨ ਦੇ ਲਈ ਥਾਂ ਚਾਹੀਦੀ ਹੈ, ਜਾਂ ਹੋਰ ਕਈ ਕੁਝ ਚਾਹੀਦਾ ਹੈ। ਪਰ ਜੇ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਬੀਰ ਮਨ ਪੰਖੀ ਭਇਓ। ਪਰ ਕਹਿੰਦੇ ਮਨੁੱਖ ਦੀ ਇੱਕ ਐਸੀ ਹੋਂਦ ਪਈ ਇਹਦੇ ਸਰੀਰ ਦੇ ਅੰਦਰ, ਇੱਕ ਇਹਦੇ ਸਰੀਰ ਵਿੱਚ ਇੱਕ ਐਸਾ ਵੀ ਅੰਸ਼ ਹੈ ਜਿਹੜਾ ਬਿਨਾਂ ਕਿਸੇ ਥਾਂ ਤੋਂ ਬਿਨਾਂ ਕਿਸੇ ਸਥਾਨ ਤੋਂ ਆਪਣੀ ਸਾਰੀ ਗਰਦਿਸ਼
कर सकता है। तो कहते कबीर मन पंखी पयो। तो ये जिहड़ी मन वाली होंद है, हुण उदाहरण के तौर पर बैठे इत्थे हाँ, अपने मन के तल ते कल्पना करके विदेश दे विच भरमना होवे, जां जे विदेश दे विच भरम के आए हाँ, उत्थों दा फिर दोबारा ख्याल सजग करना होवे तां किन्ना क कठिन है। कोई कठिन नहीं है, कोई समा नहीं लगेगा, कोई विशेष यतन नहीं करना पएगा, वध तो वध नेत्र बंद करके उस कल्पना दे विच गवाचना पएगा। तो अपने आप नूं इत्थों भावें गैर हाज़र कर लो, उत्थे हाज़र हो जाओ मन दे तल ते। तो भगत कबीर साहब जी कहते कबीर मन पंखी पयो। इस प्रकार ये जिहड़ा मन है माया के अधीन हो के पंखी हो गया, पंछी वर्गा हो गया, उड उड दै दिस जाए तो हुण 10 दिशावां दे विच जांदा है। हुण जिवें पंछी का मूल सुभाਅ की है, उड्डना है, तो इस प्रकार भगत कबीर साहब जी कहते जदों मन माया के अधीन हो गया तो उड उड के 10 दिशावां वल जांदा है। तो फिर इस 10 दिशावां वल जाण दा भाव की है, जो जैसी संगत मिलै सो तैसो फल खाए। जिहो जी संगत मिल जाती है उहो जाई फल खांदा है। हुण एक पंछी उड़ के बैठा है किसी फलदार रुख ते, उन्होंने फलदार रुख ते बैठा है तो फलों के भाव चखेगा। किसी गोदाम आदि दे विच जा बैठा है तो उत्थे उन्होंने दाना प्राप्त होएगा, जां किसी होर जगह ते बैठा तो वही प्राप्त होएगा। इस प्रकार जदों साडा मन ज्ञान दे सहित नहीं हुंदा तो जिवें दा ख्याल आया उहदे मगर लग तुरिया। तो फिर उस हुण दूजी गल इहदे विच एक पक्ष ये है कि जदों भगत कबीर साहब जी ने कहा मन पंखी पयो, इहदा भाव है कि इहदे उडेरू होण दा भाव की है कि इहदे अंदर जदों संकल्प फुरदा है तो मनुख कोलों जे संकल्प दे पूरे रूप की सोझी ना होवे तो मनुख संकल्प दे मगर तुर पैंदा है। संकल्प का भाव है मन दे विच कुछ ना कुछ फुरना। तो जिवें उदाहरण के तौर पर कई बारी मनुख मनमुखता वाला कर्म कर लैणगे तो उन्होंने बाद च सोझी आऊगी तो कोई उन्होंने सुचेत करदिआं कहे ना कि तुसीं ये काम क्यों कर लिया, तो कहणगे जी मेरा मन कीता। इस करके भगत कबीर साहब जी कहते मन पंखी पयो। इहदा मूल सुभाਅ पंछी वर्गा है, पर देखना है कि पंछी दे लई किहड़ी हालत उड्डण योग है। कि जे पंछी ने उड़ के जिस थां ते बहना है किते उत्थे जाल ना पसरिया होवे कि वह अपने दाणे दे लालच विच उस जाल दे विच फस गए तो मुड़ के उही दाणा उहदे लई मृत्यु का कारण बन जाए। कि भाव मन किसी संकल्प दे मगर ला के, किसी अपने बुरे विकल्प दे मगर ला के किसी ऐसी जगह ते ना जा बैठे जिथे मनमुखता होवे, जिथे मनमत होवे, तो फिर उस दे विच जाके भरम जावे तो मुड़ के उड्डिया ना जावे तो आखिर पकड़िया जावे। भाव के मन ही सानू बहुती वारी फाही लवाउंदा है कि किसी वकार दे अधीन हो के किसी तरफ चला गया, लै मन गया तो बाद जदों सजा शरीर नूं भोगणी पई तो फिर मन वस दे विच ना आया। फिर पता लगा कि फसाद इत्थे तन नूं दिता पर कीता कराया सारा मन दा। तो भगत कबीर साहब जी कहते जो जैसी संगत मिलै मन 10 दिशावां विच भरमदा है। जे ये अपने संकल्प की पछाण करके, हुण देखो जरूरी नहीं कि जिहड़े मनुख सतसंगी ने उन्हां दे अंदर कोई बुरे विकल्प ना आउण। इस करके अपने मन के तल दे दृष्टा होना चाहिए। दृष्टा होने का भाव की हुंदा है कि मन के तल ते जो भी फुरना फुरदा है उहदी दीर्घ पछाण होवे कि अगर इस फुरने दे मगर मैं जावांगा तां इहदा अंत की होएगा। ये गल दी विचार जे अपने आप की समझ आ जाए तो समझ लो बंदा मन के तल ते जागया होया। जिवें नूं सरल जिहा कहना होवे कि मनुख दे सन्मुख जहर पिया होवे ते हुण जे उस मनुख नूं इन्नी सोझी नहीं है कि थोड़ा जिहा जहर लैण दे नाल इहदी सिखरली हालत की है कि मेरे तन नूं खत्म करके रख देगा। जे इस एक ख्याल है कि जहर नूं लै लिया जावे तो उहदा सिखरला रूप है कि वह मृत्यु वाल लै जाएगा। इस प्रकार मन के तल ते जितने ख्याल फुरदे हन, अगर मनुख इन्हां दी पछाण करन दे बिना इन्हां दे मगर भज्जा फिरदा है तो फिर भगत कबीर साहब जी कहते फिर जिथे मर्जी लिजा सकता है। तो फिर जिवें दी संगत विच लै गया उवें दा कर देगा। तो जदों इहदे तल तो मनुख जागेगा उदों तक बड़ी देर हो जाएगी। अजामल दी असीं ना बाणी च बहुत वारी हवाला हुंदा। तो उहदे गुरु ने वो क्योंकि विद्वान पंडित सी
ਉਹਦੇ ਗੁਰੂ ਨੇ ਇੱਕ ਵਾਰੀ ਉਹਨੂੰ ਕਿਹਾ ਕਿ ਬੇਟਾ ਵੀ ਉਹ ਰੋਜ਼ ਵਿੱਦਿਆ ਪੜ੍ਹਦਾ ਸੀ, ਅਤੇ ਉਹਦੇ ਗੁਰੂ ਨੇ ਕਿਹਾ ਕਿ ਬੇਟਾ ਤੂੰ ਨਗਰ ਦੇ ਬਾਹਰ ਜਾਇਆ ਕਰਨਾ। ਬੱਚਾ ਸੀ, ਕਈ ਸਾਲ ਇਸ ਗੱਲ ਨੂੰ ਮੰਨਦਾ ਰਿਹਾ ਅਜਾਮਲ। ਆਖਿਰ ਇੱਕ ਦਿਨ ਮਨ ਦੇ ਵਿੱਚ ਫੁਰਨਾ ਆ ਗਿਆ ਕਿ ਪਤਾ ਨਹੀਂ ਗੁਰੂ ਨੂੰ ਐਸਾ ਮੇਰੇ ਨੂੰ ਕੀ ਲੱਗਦਾ, ਉਸਤਾਦ ਨੂੰ, ਕਿ ਕਹਿੰਦਾ ਨਗਰ ਦੇ ਬਾਹਰ ਜਾਇਆ ਕਰ। ਸਾਲਾਂ ਬੱਧੀ ਹੋ ਗਏ ਨੇ, ਮੈਂ ਉਹਦੀ ਗੱਲ ਮੰਨਦਾ। ਇੱਕ ਦਿਨ ਭਲਾ ਇੱਧਰ ਨਗਰ ਦੇ ਵਿੱਚ ਦੀ ਵੀ ਜਾ ਕੇ ਦੇਖਦਾ ਭਲਾ ਕੀ ਇਸ ਨਗਰ ਵਿੱਚ ਪਿਆ। ਆਪਣੇ ਗੁਰੂ ਦੀ ਗੱਲ ਤੋਂ ਥੋੜ੍ਹਾ ਜਿਹਾ ਬਾਗੀ ਹੋ ਗਿਆ, ਉਹ ਲੰਘਣਾ ਕਰ ਦਿੱਤੀ ਉਹਦੀ, ਅਤੇ ਮਨ ਦਾ ਖਿਆਲ ਆ ਗਿਆ ਕਿ ਜੇ ਨਗਰ ਦੇ ਵਿੱਚ ਜਾ ਕੇ ਦੇਖਦਾ। ਨਗਰ ਦੇ ਵਿੱਚ ਜਾ ਕੇ ਦੇਖਿਆ, ਨੌਜਵਾਨ ਅਵਸਥਾ ਸੀ, ਉੱਥੇ ਇਸਤਰੀ ਛਲਾਵੇ ਦੇ ਵਿੱਚ ਆ ਗਿਆ, ਵੇਸਵਾ ਪੁਣੇ ਦੇ ਵਿੱਚ। ਤਾਂ ਸਾਰਾ ਜੀਵਨ ਉਹਦਾ ਠੱਗਿਆ ਗਿਆ, ਆਖਰ ਜੀਵਨ ਦੀ ਅੱਤ ਗਿਰਾਵਟ ਨੂੰ ਪ੍ਰਾਪਤ ਹੋਇਆ। ਅਤੇ ਜਦੋਂ ਉਹਦਾ ਦੁਬਾਰਾ ਗੁਰੂ ਦਾ ਮਿਲਾਪ ਉਹਨੂੰ ਹੋਇਆ, ਜਦੋਂ ਉਹ ਬਹੁਤ ਨਿਵਾਣ ਵਾਲੇ ਪੱਧਰ 'ਤੇ ਜਾ ਚੁੱਕਾ ਸੀ, ਤਾਂ ਉਹ ਅਜਾਮਲ ਨੇ ਕਿਹਾ ਕਿ ਇੰਨਾ ਚਿਰ ਮੈਂ ਤੁਹਾਡੇ ਕੋਲ ਵਿੱਦਿਆ ਪੜ੍ਹੀ, ਤੁਸੀਂ ਇੰਨੇ ਬੰਦਗੀ ਵਾਲੇ ਹੋ, ਤੁਸੀਂ ਮੇਰੀ ਤਾਂ ਵੀ ਰੱਖਿਆ ਨਹੀਂ ਕਰ ਸਕੇ, ਅਤੇ ਮੇਰਾ ਤੁਹਾਡਾ ਫਾਇਦਾ ਕੀ ਸੀ। ਅਤੇ ਉਹਦੇ ਗੁਰੂ ਨੇ ਕਿਹਾ, ਕਹਿੰਦਾ ਵੀ ਜਿੰਨੇ ਦਿਨ ਤੂੰ ਮੇਰੇ ਅਨੁਸਾਰ ਚੱਲਦਾ ਰਿਹਾ ਓਨਾ ਚਿਰ ਤੇਰੇ ਜੀਵਨ 'ਚ ਗਿਰਾਵਟ ਨਹੀਂ ਹੋਈ। ਮਤਲਬ ਕਿ ਜਿੰਨਾ ਚਿਰ ਤੂੰ ਆਪਣੇ ਮਨ ਦੇ ਉੱਪਰ ਮੇਰਾ ਆਦੇਸ਼ ਰੱਖਿਆ ਓਨਾ ਚਿਰ ਤੇਰਾ ਮਨ ਨਹੀਂ ਭਟਕਿਆ। ਜਿੱਦਣ ਤੂੰ ਸੋਚਿਆ ਕਿ ਅੱਜ ਗੁਰੂ ਦਾ ਆਦੇਸ਼ ਹਟਾ ਦਈਏ, ਆਪਣੇ ਅਨੁਸਾਰ ਚੱਲਦੇ ਹਾਂ, ਤਾਂ ਕਹਿੰਦੇ ਫਿਰ ਜਦੋਂ ਤੂੰ ਆਪਣੇ ਅਨੁਸਾਰ ਚੱਲਿਆ ਤਾਂ ਫਿਰ ਆਪਣੇ ਕੀਤੇ ਕੰਮ ਦਾ ਆਪ ਤੂੰ ਜ਼ਿੰਮੇਵਾਰ। ਇਸੇ ਪ੍ਰਕਾਰ ਜਦੋਂ ਅਸੀਂ ਕਹਿੰਦੇ ਨਾ ਮਨ ਵਿੱਚ ਹੈ ਸਤਿਗੁਰ ਕੈ ਪਾਸ, ਇਹਦਾ ਭਾਵ ਹੀ ਹੈ ਕਿ ਇਹਨੇ ਸਭ ਤੋਂ ਵੱਧ ਬੰਦੇ ਦੀ ਭਟਕਣ ਕਰਵਾਉਣੀ। ਇਸ ਕਰਕੇ ਇਹ ਗੁਰੂ ਨੂੰ ਹੀ ਦੇ ਦਿਓ ਕਿ ਗੁਰੂ ਆਪੇ ਇਹਨੂੰ ਵਸ ਕਰਕੇ, ਇਹਨੂੰ ਸ਼ੁੱਧ ਕਰਕੇ, ਅਤੇ ਫਿਰ ਸਾਡੇ ਜੀਵਨ ਦੇ ਵਿੱਚ ਇਹਨੂੰ ਉਚੇਰੇ ਰੂਪ ਦੇ ਵਿੱਚ ਟਿਕਾ ਦੇ, ਅਤੇ ਸਾਡੇ ਜੀਵਨ ਦੀ ਜਿਹੜੀ ਹੈ ਸਫਲਤਾ ਬਣ ਜਾਵੇ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਉਲਟ ਬਾਂਸੀ ਦੁਆਰਾ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ, ਭਗਤ ਕਬੀਰ ਸਾਹਿਬ ਜੀ ਦੀ ਪ੍ਰਥਾਏ, ਕਿ ਉਹਦੇ ਵਿੱਚ ਉਹ ਕਹਿੰਦੇ ਕਮਾਲ ਦੀ ਗੱਲ ਦੇਖੋ ਕਿ ਲੇਲੇ ਕਉ ਚੂੰਗੈ ਨਿਤ ਭੇੜ, ਕਿ ਦੇਖੋ ਜਿਹੜਾ ਤਨ ਹੈ ਉਹਦੇ ਵਿੱਚ ਬਲ ਜ਼ਿਆਦਾ ਹੈ, ਉਹਦੇ ਦੁਆਰਾ ਕਰਮ ਪ੍ਰਗਟ ਹੋਣਾ ਹੈ, ਉਹ ਮਨ ਦੇ ਅਧੀਨ ਹੋ ਗਿਆ ਅਤੇ ਤਨ ਵੀ ਹੁਣ ਅਨੇਕਾਂ ਅਨੈਤਿਕ ਕਰਮ ਕਰ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਨੇ। ਕਿ ਇੱਕ ਈਸਾਈਅਤ ਦੇ ਮੱਤ ਦੇ ਵਿੱਚ ਕਹਾਣੀ ਆਉਂਦੀ, ਕਹਿੰਦੇ ਕੋਈ ਪੁਰਖ ਨਾ ਕਿਸੇ ਦਾ ਕਤਲ ਕਰਨ ਚਲਾ ਗਿਆ, ਆਪਣਾ ਛੁਰਾ ਤਿੱਖਾ ਕਰਕੇ ਚੱਲ ਪਿਆ। ਰਸਤੇ ਵਿੱਚ ਕਿਸੇ ਜਗ੍ਹਾ ਬੜੀ ਵੱਡੀ ਮਜਲਿਸ ਜੁੜੀ ਸੀ, ਬੜੇ ਲੋਕ ਇਕੱਠੇ ਹੋਏ ਸਨ। ਉਹਨੇ ਲੰਘ ਕੇ ਜਾਣਾ ਸੀ ਪਰ ਥਾਂ ਕੋਈ ਬਚੇ ਨਾ, ਤਾਂ ਕੀ ਕਰੇ ਕਿ ਆਖਰ ਖਲੋ ਗਿਆ। ਕਹਿੰਦਾ ਚਲੋ ਹੋਰ 20-25 ਅੱਧੇ ਘੰਟੇ ਨੂੰ ਆ ਸਤਸੰਗ ਉੱਠ ਜਾਏਗਾ, ਮਜਲਿਸ ਉੱਠ ਜਾਏਗੀ, ਫਿਰ ਚੱਲ ਪਾਂਗਾ। ਇੰਨਾ ਵਿਚਾਰ ਕੇ ਉੱਥੇ ਬੈਠ ਗਿਆ ਅਤੇ ਧਿਆਨ ਰੱਖਿਆ ਕਿ ਉਹ ਜਿਸ ਮਨੁੱਖ ਦਾ ਕਤਲ ਕਰਨਾ, ਤਾਂ ਉੱਥੇ ਕਰਦਿਆਂ ਸਮਾਂ ਵਧੀਕ ਹੋ ਗਿਆ, ਅਤੇ ਹੌਲੀ ਹੌਲੀ ਉਹਦਾ ਮਨ ਜਿਹੜੀ ਉੱਥੇ ਵਿਚਾਰ ਹੋ ਰਹੀ ਸੀ ਉਹਦੇ ਤਰਫ ਉਹਦਾ ਧਿਆਨ ਚਲਾ ਗਿਆ। ਉਹਦੇ ਵਿੱਚ ਚਰਚਾ ਹੋ ਰਹੀ ਸੀ ਕਿ ਮਨੁੱਖ ਉਹ ਜਿਹੜਾ ਕੱਥ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਪਾਪ ਕਰਮ ਅਗਰ 1 ਗ੍ਰਾਮ ਦਾ ਵੀ ਹੋਵੇ ਤਾਂ ਵੀ ਉਹ ਬੜਾ ਭਾਰਾ ਹੁੰਦਾ ਹੈ, ਅਤੇ ਇਸੇ ਪ੍ਰਕਾਰ ਪਾਪ ਤਾਂ ਫਿਰ ਮਤਲਬ ਬਚਣਾ ਚਾਹੀਦਾ। ਉਹ ਇਸ ਤਰ੍ਹਾਂ ਦਾ ਕੋਈ ਵਿਖਿਆਨ ਕਰ ਰਿਹਾ ਸੀ। ਸੁਣਦਿਆਂ ਜਦੋਂ ਜਿਵੇਂ ਉਹਨੇ ਵਿਚਾਰ ਸੁਣੀ ਤਾਂ ਉਹਨੂੰ ਆਪਣਾ ਅਪਰਾਧੀ ਪੁਣਾ ਚੇਤੇ ਆਇਆ, ਅਤੇ ਫਿਰ ਜਦੋਂ ਪਾਪ ਕਰਮ ਦੀ ਜਿਹੜੀ ਮਲੀਨਤਾ ਦਾ, ਭਿਅੰਕਰਤਾ ਦਾ ਗਿਆਨ ਹੋਇਆ, ਤਾਂ ਉਹਨੇ ਉਹ ਜਿਹੜਾ ਛੁਰਾ ਨਾ ਉਹ ਉਸੇ ਤਰ੍ਹਾਂ ਵਿਖਿਆਨ ਕਰਨ ਵਾਲੇ ਦੇ ਸਾਹਮਣੇ ਜਾ ਕੇ ਰੱਖ ਦਿੱਤਾ, ਅਤੇ ਕਹਿਣ ਲੱਗਾ ਕਿ ਇਹ ਤੁਸੀਂ ਮੇਰਾ ਛੁਰਾ ਰੱਖ ਲਓ, ਇਹ ਖੁੰਡਾ ਹੋ ਗਿਆ। ਤਾਂ ਉਹ ਜਿਹੜਾ ਵਿਖਿਆਨ ਕਰਨ ਵਾਲਾ ਸੀ ਉਹ ਕਹਿੰਦਾ ਕਿ ਨਹੀਂ, ਇਹ ਖੁੰਡਾ ਨਹੀਂ ਹੈ, ਬਹੁਤ ਤਿੱਖਾ ਹੈ ਤੇਰਾ ਛੁਰਾ। ਉਹ ਕਹਿਣ ਲੱਗਾ ਨਹੀਂ, ਇਹ ਅਸਲ 'ਚ ਖੁੰਡਾ ਹੋ ਗਿਆ। ਕਹਿੰਦਾ ਇਹਦਾ ਕੀ ਮਤਲਬ? ਕਹਿੰਦਾ ਮੈਂ ਕਤਲ ਕਰਨ ਦੀ ਭਾਵਨਾ ਨਾਲ ਚੱਲਿਆ ਸੀ, ਤੁਹਾਡਾ ਵਿਖਿਆਨ ਸੁਣ ਕੇ ਮੈਨੂੰ ਮੇਰੇ ਪਾਪ ਕਰਮ ਦਾ ਬੋਧ ਹੋ ਗਿਆ ਹੈ, ਅਤੇ ਇਸ ਕਰਕੇ ਹੁਣ ਇਹਦੇ ਅੰਦਰ ਕਤਲ ਕਰਨ ਦੀ ਸਮਰੱਥਾ ਨਹੀਂ ਰਹੀ, ਨਾ ਮੇਰੀਆਂ ਬਾਹਾਂ 'ਚ ਜਾਨ ਰਹੀ, ਤਾਂ ਕਰਕੇ ਉਹਨੇ ਆਪਣਾ ਅਪਰਾਧ ਕਬੂਲ ਲਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਕਦੇ ਸੱਚ ਰੂਪ ਦੇ ਵਿੱਚ ਜਾਣਨਾ। ਮੈਂ ਕਈ ਵਾਰੀ ਦੇਖਦਾ ਕਿ ਗੁਰਸਿੱਖ ਜਿਹੜੇ ਬੰਦੇ ਹਨ ਜਿਨ੍ਹਾਂ ਨੇ ਕੁਝ ਸਿੱਖੀ ਵੇਸ਼ ਭੂਸ਼ਾ ਧਾਰਨ ਕੀਤੀ ਹੈ ਜਾਂ ਉਹ ਸਿੱਖ ਪੰਥ ਦੇ ਨਾਲ ਸੰਬੰਧਿਤ ਹੈ, ਸੱਚ ਰੂਪ ਦੇ ਵਿੱਚ ਇਸ ਗੱਲ ਨੂੰ ਆਪਣੇ ਤਲ 'ਤੇ ਮਹਿਸੂਸ ਕਰ ਲਾ। ਮੈਂ ਕਿਸੇ ਦੀ ਜਵਾਬਦੇਹੀ ਨਹੀਂ ਕਰਦਾ, ਕਿਉਂਕਿ ਮੇਰੇ ਪਾਸ ਨਾ ਇਹ ਹੱਕ ਹੈ, ਨਾ ਮੇਰਾ ਇਹ ਸਮਰੱਥਾ ਹੈ। ਕੁਦਰਤੀ ਤੌਰ 'ਤੇ ਜਦ ਅੰਮ੍ਰਿਤ ਵੇਲੇ ਦਾ ਵਿਧਾਨ ਹੁੰਦਾ ਹੈ, ਯਕੀਨਨ ਹੈ ਕੁਦਰਤ ਆਪਣੀ ਪਵਿੱਤਰਤਾ ਦਾ ਖਿਆਲ ਹਰੇਕ ਮਨੁੱਖ ਨੂੰ ਬਖਸ਼ਦੀ ਹੈ, ਔਰ ਉਹ ਵਡਿਆਈ ਵਿਚਾਰ ਦਾ ਖਿਆਲ ਬਖਸ਼ਦੀ ਹੈ। ਪਰ ਸਾਨੂੰ ਰੋਜ਼ਾਨਾ ਇਹ ਪਾਵਨ ਖਿਆਲ ਆਉਂਦਾ ਹੈ। ਅਸੀਂ ਬਹੁਤ ਘੱਟ ਹਾਂ ਜਿਹੜੇ ਇਸ ਪਾਵਨ ਖਿਆਲ ਨੂੰ ਸੰਭਾਲ ਕੇ ਅਤੇ ਆਪਣੇ ਮਨ ਨੂੰ ਗੁਰੂ ਕੀ ਪਵਿੱਤਰਤਾ ਦੇ ਦੁਆਰ 'ਤੇ ਲਿਆਉਂਦੇ ਹਾਂ। ਅੰਮ੍ਰਿਤ ਵੇਲੇ ਦਾ ਕੁਦਰਤੀ ਜਿਹੜੀ ਪੰਜਾਬ ਦੀ ਸੁਸਾਇਟੀ, ਇਹਦੇ ਵਿੱਚ ਤਾਂ ਇਹੀ ਖਿਆਲ ਹੈ
ਵੈਸਟ ਦੀ ਸੁਸਾਇਟੀ ਦਾ ਕਿਹਾ ਜਾ ਸਕਦਾ ਕਿ ਉਹਨਾਂ ਲੋਕਾਂ ਦੀ ਜੀਵਨ ਤਰਜ ਕੁਝ ਹੋਰ ਤਰ੍ਹਾਂ ਦੀ ਹੈ। ਇੱਧਰ ਦੀ ਸੁਸਾਇਟੀ ਦਾ ਵਿੱਚ ਇਹ ਹੈ ਕਿ ਅੰਮ੍ਰਿਤ ਵੇਲੇ ਦੀ ਸਾਧਨਾ ਬਣੀ ਹੋਈ ਹੈ, ਪ੍ਰਭੂ ਦੀ ਸਿਫਤ ਸਲਾਹ ਬਣੀ। ਜਪਜੀ ਸਾਹਿਬ ਦੇ ਵਾਕ ਨੇ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵੀ ਚਾਰ। ਹੁਣ ਮਨ ਜੇ ਇਸ ਵੇਲੇ ਵਿੱਚ ਖਿਆਲ ਦੇ ਰਿਹਾ ਤਾਂ ਸਮਝ ਲਓ ਉਸ ਵੇਲੇ ਵਿੱਚ ਕੁਦਰਤੀ ਪਾਵਨਤਾ ਸਾਡੇ ਜੀਵਨ ਵਿੱਚ ਬਣੀ ਹੋਈ ਹੈ, ਅਤੇ ਜੇ ਉਹਨੂੰ ਅਸੀਂ ਗ੍ਰਹਿਣ ਕਰ ਲਵਾਂਗੇ ਤਾਂ ਜੇ ਉਹ ਫਲ ਸਾਡਾ ਮਨ ਖਾਏਗਾ ਤਾਂ ਜ਼ਰੂਰ ਸਾਡਾ ਜੀਵਨ ਉਚੇਰਾ ਹੋਏਗਾ। ਕਬੀਰ ਜਾਂ ਕੋ ਖੋਜ ਤੇ ਸੋਈ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾਂ ਕੋ ਕਹਿਤਾ ਔਰ। ਤਾਂ ਭਗਤ ਕਬੀਰ ਸਾਹਿਬ ਜੀ ਅਗਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦੀ ਖੋਜ ਕਰਨ ਦੇ ਲਈ ਨਿਕਲੇ ਸਾਂ ਗਿਆਨ ਦਾ ਉਪਦੇਸ਼ ਧਾਰਨ ਕਰਕੇ, ਸੋਚਿਆ ਕਿਤੇ ਬਾਹਰ ਮਿਲੇਗਾ। ਕਹਿੰਦੇ ਜਿਸ ਥਾਂ ਤੋਂ ਸਫ਼ਰ ਸ਼ੁਰੂ ਕੀਤਾ ਆਪਣੇ ਜੀਵਨ ਤੋਂ, ਆਖਰ ਉਸੇ ਥਾਂ 'ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਸੋਈ ਫਿਰ ਕਹਿ ਤੂੰ ਭਇਆ, ਆਪਣੀ ਮੈਂ ਤੋਂ ਸਾਧਨਾ ਸ਼ੁਰੂ ਕੀਤੀ ਸੀ, ਮੈਂ ਯਤਨ ਕਰ ਰਿਹਾ, ਮੈਂ ਖੋਜ ਕਰ ਰਿਹਾ। ਕਹਿੰਦੇ ਜਿਵੇਂ ਜਿਵੇਂ ਉਸ ਦੇ ਬੰਦਗੀ ਮਾਰਗ 'ਤੇ ਚੱਲ ਕੇ ਆਪਣੇ ਆਪ ਦੀ ਖੋਜ ਕਰਦੇ ਗਏ, ਆਖਰ ਇਸ ਸਿੱਟੇ 'ਤੇ ਪਹੁੰਚੇ ਕਿ ਸੋਈ ਫਿਰ ਕਹਿ ਤੂੰ ਭਇਆ। ਸਾਰੇ ਤੀਰਥ ਭਰਮ ਲਏ, ਹੋਰ ਸਾਰੀਆਂ ਧਰਮ ਦੀਆਂ ਸਾਰੀਆਂ ਸਾਧਨਾਵਾਂ ਕਰ ਲਈਆਂ, ਤਾਂ ਫਿਰ ਜਾ ਕੇ ਪਤਾ ਲੱਗਾ ਕਿ ਸੋਈ ਫਿਰ ਕਹਿ ਤੂੰ ਭਇਆ। ਜਿਹੜੀ ਇਹੀ ਮੈਂ ਪਹਿਲਾਂ ਮੈਂ ਕਰਦੀ ਸੀ, ਜਦੋਂ ਹੌਲੀ ਹੌਲੀ ਸ਼ੁੱਧ ਹੋ ਗਈ ਅਤੇ ਇਹੀ ਹੁਣ ਤੂੰ ਹੋ ਗਈ ਹੈ। ਅਤੇ ਇਸ ਕਰਕੇ ਕਹਿੰਦੇ ਜਾ ਕੋ ਕਹਿਤਾ ਔਰ, ਮੈਨੂੰ ਆਪਣੇ ਉਸ ਪਹਿਲੀ ਹਾਲਤ 'ਤੇ ਅਨੁਭਵ ਹੋ ਰਿਹਾ ਕਿ ਪਹਿਲਾਂ ਮੈਂ ਉਸ ਨੂੰ ਆਪਣੇ ਆਪ ਤੋਂ ਵੱਖ ਸਮਝਦਾ ਸੀ, ਬਾਅਦ 'ਚ ਪਤਾ ਲੱਗਾ ਮੈਂ ਆਪਣੇ ਆਪ ਨੂੰ ਉਹਦੇ ਵਿੱਚ ਅਭੇਦ ਕਰਨਾ ਸੀ ਅਤੇ ਆਪਣੀ ਮੈਂ ਨੂੰ ਤੂੰ ਦੇ ਵਿੱਚ ਪਲਟ ਦੇਣਾ ਸੀ। ਤਾਂ ਇਹੀ ਜਿਹੜੀ ਹੈ ਪ੍ਰਭੂ ਦੇ ਨਾਲ ਮਿਲਣ ਦੀ, ਅਭੇਦ ਹੋਣ ਦੀ ਕਲਾ ਹੈ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਰੀ ਮਰੋ ਕੁਸੰਗ ਕੀ। ਇਸੇ ਪ੍ਰਕਾਰ ਹੁਣ ਗੁਰਮੁਖ ਅਤੇ ਮਨਮੁਖ ਦੀ ਸੰਗਤ ਬਾਰੇ ਸਮਝਾਉਂਦੇ ਹਨ। ਕਹਿੰਦੇ ਸਭ ਤੋਂ ਭੈੜੀ ਮਾਰ ਹੈ ਕੁਸੰਗਤ ਦੀ। ਕੇਲੇ ਨਿਕਟ ਜੋ ਬੇਰ, ਜਿਵੇਂ ਕੇਲੇ ਦਾ ਰੁੱਖ ਬੇਰੀ ਦੇ ਨੇੜੇ ਹੋਵੇ ਅਤੇ ਜਦੋਂ ਕਦੇ ਕਹਿੰਦੇ ਕੇਲੇ ਦੇ ਰੁੱਖ ਵਿੱਚ ਚਾਹ ਪੈਦਾ ਹੋਵੇ ਜਾਂ ਹਵਾ ਚੱਲੇ ਤਾਂ ਉਹ ਆਪਣੇ ਪੰਖਾਂ ਦੇ ਨਾਲ, ਮੰਨ ਲਓ ਜੇ ਬੇਰੀ ਨੂੰ ਉਹ ਆਪਣੇ ਆਪਣੇ ਪੱਤਿਆਂ ਦੇ ਨਾਲ ਹਵਾ ਦੀ ਵੀ ਝੱਲਦਾ, ਪੱਖਾ ਦੀ ਵੀ ਝੱਲਦਾ ਹੈ, ਪਰ ਦੂਜੇ ਪਾਸੇ ਜੇ ਬੇਰੀ ਝੱਲ ਕੇ ਉਹਦੇ ਨਾਲ ਵੱਜੇ ਤਾਂ ਉਹਦੇ ਪੱਤਿਆਂ ਨੂੰ ਲੀਰੋ ਲੀਰ ਕਰ ਦਿੰਦੀ ਹੈ। ਇਸੇ ਪ੍ਰਕਾਰ ਕਹਿੰਦੇ ਜਿਹੜਾ ਕੁਸੰਗਤ ਹੈ ਉਹਦੇ ਵਿੱਚ ਬੰਦਾ ਦੂਜੇ ਦਾ ਜੀਵਨ ਉਧਾਰਨ ਦੇ ਲਈ ਭਾਵੇਂ ਕਿੰਨਾ ਉਹਦਾ ਉਧਾਰ ਹਿੱਤ ਕਰਕੇ ਉਹਦੇ ਨਿਕਟ ਬੈਠੇ, ਪਰ ਉਹਨੇ ਆਪਣੇ ਕੰਢੇ ਮਾਰ ਮਾਰ ਕੇ ਜਿਹੜਾ ਉਹਦਾ ਪਹਿਲਾਂ ਬਣਿਆ ਹੋਇਆ ਰਸ ਹੈ, ਉਹਦੇ ਹਿਰਦੇ ਦੀ ਕੋਮਲਤਾ ਹੈ, ਉਹਨੂੰ ਸਾਰੇ ਨੂੰ ਜਿਹੜਾ ਹੈ ਲੀਰ ਲੀਰ ਕਰ ਦੇਣਾ ਹੁੰਦਾ। ਭਾਵ ਕਿ ਜਿਹੜੀ ਕੁਸੰਗਤ ਦੀ ਮਾਰ ਇੰਨੀ ਭੈੜੀ ਹੁੰਦੀ ਹੈ। ਹੁਣ ਕੁਸੰਗ ਦਾ ਭਾਵ ਕੀ ਹੈ? ਕੁਸੰਗ ਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਆਪਣੀ ਅਤੇ ਦੂਜੇ ਦੀ ਅਵਸਥਾ ਨੂੰ ਨਾ ਜਾਣ ਸਕੇ। ਹੁਣ ਆਪਣੇ ਕੋਲ ਹੋਵੇ ਕੋਮਲਤਾ, ਅਤੇ ਕੋਮਲਤਾ ਵਾਲਾ ਕੋਮਲਤਾ ਦੇ ਨਾਲ ਆਪਣਾ ਸੰਬੰਧ ਬਣਾਏਗਾ ਤਾਂ ਉਹਦੇ ਜੀਵਨ ਦੇ ਵਿੱਚ ਟਿਕਾਅ ਬਣਿਆ ਰਹੇਗਾ। ਜੇ ਕੋਮਲਤਾ ਵਾਲੇ ਨੇ ਕੰਡਿਆਂ ਦੇ ਨਾਲ ਆਪਣਾ ਸੰਬੰਧ ਬਣਾ ਲਿਆ ਤਾਂ ਕੰਡਿਆਂ ਦਾ ਸੁਭਾਅ ਤਾਂ ਫਿਰ ਛੇਦਣਾ ਹੀ ਛੇਦਣਾ ਹੈ, ਵਿੰਨਣਾ ਹੀ ਵਿੰਨਣਾ ਹੈ। ਤਾਂ ਫਿਰ ਰੋਜ਼ਾਨਾ ਉਹਨਾਂ ਹੱਥੋਂ ਖੁਆਰ ਹੁੰਦਾ ਰਹੇਗਾ ਅਤੇ ਬਾਅਦ 'ਚ ਕਹੇਗਾ ਕਿ ਕੰਡਾ ਮੇਰਾ ਮਿੱਤਰ ਨਹੀਂ ਬਣਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੁਸੰਗ ਕਿਸੇ ਦਾ ਮਿੱਤਰ ਬਣ ਵੀ ਜਾਵੇ ਤਾਂ ਉਹਦਾ ਮਿੱਤਰ ਨਹੀਂ ਹੁੰਦਾ। ਕਿ ਕੇਲਾ ਵਿਚਾਰਾ ਉੱਗ ਪਿਆ ਬੇਰੀ ਦੇ ਨੇੜੇ ਕਿ ਚਲੋ ਇਹ ਵੀ ਸੰਘਣਾ ਰੁੱਖ ਹੈ, ਪਰ ਕਹਿੰਦੇ ਜਦੋਂ ਉਹਦੇ ਵਿਚਾਰੇ ਅੰਦਰ ਚਾਅ ਆਇਆ ਦੋਸਤੀ ਪਗਾਉਣ ਦਾ ਅਤੇ ਉਹਨੇ ਆਪਣੇ ਪੰਖਾਂ ਦੇ ਨਾਲ ਹਵਾ ਝੱਲੀ, ਪਰ ਜਿਹੜੀ ਅਗਲੀ ਦੋਸਤੀ ਸੀ ਉਹ ਮਨਮੁਖ ਵਾਲੀ ਸੀ, ਕੰਡਿਆਂ ਵਰਗੀ ਸੀ, ਉਸ ਕਰਕੇ ਉਹਨੇ ਉਹਦੇ ਪੱਤਿਆਂ ਨੂੰ ਲੀਰ ਲੀਰ ਕਰ ਦਿੱਤਾ। ਇਸੇ ਤਰ੍ਹਾਂ ਜਿਹੜਾ ਕੁਸੰਗ ਹੁੰਦਾ ਹੈ ਉਹ ਮਨੁੱਖ ਦੇ ਗਿਆਨ ਦੀ ਜਿਹੜੀ ਅਭਿਆਸ ਹੁੰਦਾ ਹੈ, ਉਹਦੇ ਜਿਹੜੇ ਮਨ ਦੀ ਸ਼ਰਧਾ ਭਾਵਨਾ ਵੈਰਾਗ ਵਾਲੀ ਕੋਮਲਤਾ ਹੁੰਦੀ ਹੈ, ਉਹ ਉਹਦੀ ਸਾਰ ਨਹੀਂ ਜਾਣਦਾ। ਬਸ ਉਹਨੂੰ ਪਤਾ ਹੁੰਦਾ ਕਿ ਵਿੰਨਣਾ ਹੈ। ਮਤਲਬ ਇਸੇ ਦਾ ਸਰਲ ਜਿਹਾ ਭਾਵ ਕਿ ਜਿਹੜੇ ਮਨਮੁਖਤਾ ਦੇ ਅਭਿਆਸ ਵਿੱਚ ਰਹਿਣ ਵਾਲੇ ਹਨ ਉਹ ਕਦੀ ਵੀ ਗੁਰਮੁਖਤਾ ਦੇ ਅਭਿਆਸ ਵਾਲੇ ਬੰਦੇ ਦੀ ਭਾਵੇਂ ਕਿੰਨੀ ਦਇਆ ਹੋਵੇ, ਕਿੰਨੀ ਖਿਮਾ ਹੋਵੇ, ਕਿੰਨਾ ਉਹਦੇ ਅੰਦਰ ਸਹਿਣਸ਼ੀਲਤਾ ਦਾ ਭਾਵ ਹੋਵੇ, ਉਹ ਉਹਨੂੰ ਕੁਰੇਦ ਕੇ ਹੀ ਰਾਤ ਲੈਂਦੇ ਹਨ। ਉਹਦੀ ਜੋ ਉਹਦੀ ਮੂਲ ਰੂਪ ਹੈ ਉਹਨੂੰ ਉਵੇਂ ਨਹੀਂ ਬਣਿਆ ਰਹਿਣ ਦੇਣਗੇ। ਉਹਨੂੰ ਕੁਰੇਦ ਕੇ, ਉਹਨੂੰ ਵਿੰਨ ਕੇ, ਉਹਨੂੰ ਛਲਣੀ ਕਰਕੇ ਹੀ ਕੁਸੰਗੀ ਜਿਹੜੇ ਬੰਦੇ ਹੁੰਦੇ ਹਨ ਉਹਨਾਂ ਨੂੰ ਆਨੰਦ ਆਉਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸਲੋਕਾਂ ਦੁਆਰਾ ਸਾਨੂੰ
ਉਪਦੇਸ਼ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਜਿਵੇਂ ਸਤੀ ਚਿਖਾ ਵਿੱਚ ਜਲ ਰਹੀ ਹੈ, ਪਰ ਉਹ ਸਾਨੂੰ ਸੁਚੇਤ ਕਰ ਰਹੀ ਹੈ ਕਿ ਕਬਰ ਤੱਕ ਆਉਣਾ ਸਾਰਿਆਂ ਦਾ ਹੋਏਗਾ। ਇਸ ਕਰਕੇ ਅਚੇਤ ਨਾ ਰਹੋ, ਸੁਚੇਤ ਹੋਵੋ। ਇਸੇ ਪ੍ਰਕਾਰ ਮਨ ਜੀਵਨ ਦੇ ਵਿੱਚ ਸਭ ਤੋਂ ਵੱਧ ਮਨੁੱਖ ਦੀ ਭਟਕਣ ਕਰਵਾਉਂਦਾ ਹੈ। ਇਸ ਕਰਕੇ ਮਨ ਦੇ ਤਲ 'ਤੇ ਕਿਹੋ ਜਿਹੀ ਸੰਗਤ ਹੋਣੀ ਚਾਹੀਦੀ ਹੈ, ਇਸ ਭਾਵ ਨੂੰ ਵੀ ਬੜਾ ਗਹਿਰਾ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਅਤੇ ਪਰਮੇਸ਼ਰ ਦੀ ਖੋਜ ਕਰਨ ਲੱਗਿਆ ਮਨੁੱਖ ਆਖਰ ਇਸ ਅਨੁਭਵ 'ਤੇ ਪਹੁੰਚਦਾ ਹੈ ਕਿ ਮੈਂ ਹੀ ਆਖਰ ਪ੍ਰਭੂ ਦਾ ਰੂਪ ਹੋ ਗਿਆ, ਉਹਦੇ ਵਿੱਚ ਅਭੇਦ ਹੋ ਗਿਆ। ਅਤੇ ਜਿਹੜੀ ਮਨਮੁਖਤਾ ਦੀ ਸੰਗਤ ਹੈ, ਦੁਰਮਤ ਸੰਗਤ ਹੈ, ਉਹ ਮਨੁੱਖ ਦੇ ਜੀਵਨ ਦਾ ਬੜਾ ਭਾਰੀ ਨੁਕਸਾਨ ਕਰਦੀ ਹੈ। ਇਸ ਕਰਕੇ ਉਹਦੇ ਤੋਂ ਬੜਾ ਸੁਚੇਤ ਰਹਿਣਾ ਚਾਹੀਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸ਼ਲੋਕਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਬਾਣੀ ਦੀ ਲੜੀਵਾਰ ਸ਼ਲੋਕਾਂ ਦੀ ਆਪ ਜੀ ਦੇ ਨਾਲ ਵਿਆਖਿਆ ਦੀ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।